अरविंद जिसमें अमृत ज्ञान है, मानिक भगत वैराग। श्री गुरु ग्रंथ साहिब उदद बंदों कार्य अनुराग। एक अंकारा सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। श्री वाहिगुरु साहिब जी। चौपाई एक दिशा बस गए अगारी। हाजी देख पलंग असवारी। एक दिशा बस गए अगारी। वाहिगुरु जी का खालसा वाहिगुरु जी की फतेह। दसां पातशाहियां दी जोत तख्त चौर छत्र दे मालक धन श्री गुरु ग्रंथ साहिब जी महाराज सतगुरां दी पावन पवित्र हजूरी अंदर जगत गुरु श्री गुरु नानक देव साहिब जी महाराज सतगुरां दे पावन अस्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी। सतगुरां ने कृपा कीती है अपने अमृतमयी दीदार सत संगत दा अमोलक सुभागा समा बख्शिया है। अज पोस दी 7वीं दा दिहाड़ा है। 9 जनवरी 2022। अज दे दिन अज तो 356 साल पहला श्री पटना साहिब की धरती ते धन श्री गुरु गोबिंद सिंह महाराज साहिब जी ने प्रकाश धारिया। अज दशमेश पातशाह जी का पावन प्रकाश गुरपुरब का दिहाड़ा है। सरबत गुरु की संगतां नूं मरदे अगमड़े अमृत के दाते पंथ के वाली पुत्रां दे दानी सरबंस दानी धन श्री गुरु गोबिंद सिंह साहिब महाराज जी दे प्रकाश गुरपुरब दियां लख लख वधाइयां होण जी। गुरसिखां मन वाधाइयां जिन्नी मेरा सतगुरु डिठा राम राजे। कोई कर गल सुनावे हर नाम की सो लगे गुरसिखां मन मिठा। दशमेश पातशाह जी ने अपनी रसना तो अपनी कथा उचारण कीती है। कल दे दीवान विच भी आपां सतगुरु जी दी रचना विचों बचित्र नाटक बाणी दे अंदरों कुछ बचन विचारे सी जो महाराज साहिब जी ने उचारिया। अब मैं अपनी कथा बखानो तप साधत जेह बिद मोहे आनो। हेमकुंट पर्वत है जहाँ सप्त श्रृंग शोभित है तहाँ। सप्त श्रृंग तेह नाम कहावा पांड राज जह जोग कमावा। तह हम अधिक तपस्या साधी महाकाल काल का आराधी। एह विद करत तपस्या भयो द्वैते एक रूप होए गयो।
ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ, ਚੇਤਨਾ ਭਇਓ ਹਮਰੋ ਆਵਣ ਕਹੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ, ਜਿਉ ਤਿਉ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਜੋ ਗੁਰੂ ਕੀਆਂ ਸੰਗਤਾਂ ਹਰ ਰੋਜ਼ ਹਾਜ਼ਰੀ ਭਰਦੀਆਂ ਹਨ, ਇਹਨਾਂ ਪਵਿੱਤਰ ਪੰਕਤੀਆਂ ਦੀ ਵਿਆਖਿਆ ਕੱਲ ਦੇ ਦੀਵਾਨ ਵਿੱਚ ਸਾਂਝੀ ਕੀਤੀ ਸੀ। ਬਚਿੱਤਰ ਨਾਟਕ ਦੇ 7ਵੇਂ ਅਧਿਆਏ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਹੋਰ ਜ਼ਿਕਰ ਕੀਤਾ, ਜੋ ਭਾਈ ਸਾਹਿਬ ਜੀ ਹੁਣੇ ਕੀਰਤਨ ਦੇ ਰਾਹੀਂ ਵੀ ਉਹ ਪਾਵਨ ਬਚਨ ਗਾਇਨ ਕਰਕੇ ਗਏ ਹਨ। ਮੁਰ ਪਿਤ ਪੂਰਬ ਕੀਸ ਪਿਆਨਾ। ਅੱਜ ਪਹਿਲਾਂ ਆਪਾਂ ਇਹਨਾਂ ਦੀ ਵਿਚਾਰ ਕਰਕੇ ਇਹਨਾਂ ਪਵਿੱਤਰ ਪੰਕਤੀਆਂ ਦੀ, ਫਿਰ ਜੋ ਲੜੀਵਾਰ ਪ੍ਰਸੰਗ ਹੈ ਉਹ ਵੀ ਮਰਿਆਦਾ ਅਨੁਸਾਰ ਕੁਝ ਪ੍ਰਸੰਗ ਆਪਾਂ ਸਾਧ ਸੰਗਤ ਜੀ ਵਿਚਾਰਾਂਗੇ। ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਜੋ ਕਥਾ ਹੈ ਉਹਦੀ ਹਾਜ਼ਰੀ ਲਾਈਏ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ। ਮੇਰੇ ਪਿਤਾ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪੂਰਬ ਦੀ ਤਰਫ ਜਾਣਾ ਕੀਤਾ। ਆਨੰਦਪੁਰ ਸਾਹਿਬ ਤੋਂ ਪੂਰਬ ਵੱਲ ਸ੍ਰੀ ਪਟਨਾ ਸਾਹਿਬ ਹੈ। ਥੋੜਾ ਜਿਹਾ ਪਿੱਛੋਂ ਆਪਾਂ ਇਤਿਹਾਸ ਨੂੰ ਵਿਚਾਰਾਂਗੇ ਤੇ ਸਤਿਗੁਰੂ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਮਾਤਾ ਗੁਜਰੀ ਜੀ, ਜੋ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕਈਆਂ ਸਾਲਾਂ ਤੋਂ ਮਹਾਰਾਜ ਸਾਹਿਬ ਜੀ ਬੰਦਗੀ ਵਿੱਚ ਜੁੜੇ ਹੋਏ ਹਨ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਸੀ, ਉਸ ਵੇਲੇ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਇਹ ਬਚਨ ਕਹੇ ਸਨ ਕਿ ਤੁਹਾਡਾ ਸਾਹਿਬਜ਼ਾਦਾ, ਭਾਵ ਸਾਡਾ ਸਾਹਿਬਜ਼ਾਦਾ ਸ੍ਰੀ ਤੇਗ ਬਹਾਦਰ ਇਹ ਗੁਰਤਾ ਗੱਦੀ ਦੇ ਮਾਲਕ ਬਣਨਗੇ ਤੇ ਤੁਸੀਂ ਆਪਣੇ ਮਹਾਬਲੀ ਪੋਤਰੇ ਦੇ ਦੀਦਾਰ ਕਰੋਗੇ। ਅਸੀਂ ਤਾਂ ਹੁਣ ਸੱਚਖੰਡ ਪਿਆਨਾ ਕਰ ਜਾਣਾ ਹੈ, ਇਸ ਕਰਕੇ ਤੁਸੀਂ ਆਪਣੇ 9 ਪੁੱਤ ਨੂੰ ਨਾਲ ਲੈ ਕਰਕੇ ਆਪਣੇ ਪੇਕੇ ਨਗਰ ਚਲੇ ਜਾਓ। ਮਹਾਰਾਜ ਜੀ ਦੇ ਮਹਿਲ ਧਰਮ ਪਤਨੀ ਮਾਤਾ ਨਾਨਕੀ ਜੀ, ਤਿੰਨਾਂ ਦਾ ਪੇਕਾ ਨਗਰ ਸ੍ਰੀ ਬਾਬਾ ਬਕਾਲਾ ਸਾਹਿਬ ਹੈ। ਪਹਿਲਾ ਨਗਰ ਦਾ ਨਾਮ ਕੱਲਾ ਬਕਾਲਾ ਸੀ, ਬਾਅਦ ਵਿੱਚ ਉਸ ਨੂੰ ਬਾਬਾ ਬਕਾਲਾ ਸਾਹਿਬ 8ਵੇਂ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੋਇਆ। ਮਾਤਾ ਨਾਨਕੀ ਜੀ ਆਪਣੇ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤੇ ਆਪਣੀ ਨੌਂ ਸ੍ਰੀ ਗੁਜਰੀ ਜੀ ਨੂੰ ਨਾਲ ਲੈ ਕਰਕੇ ਆਪਣੇ ਪੇਕੇ ਪਿੰਡ ਜਾਂਦੇ ਹਨ। ਔਰ ਉਸ ਨਗਰ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੂਜਨੀਕ ਮਾਤਾ ਗੰਗਾ ਜੀ ਨੇ ਸੱਚਖੰਡ ਵੀ ਪਿਆਨਾ ਕੀਤਾ। ਮਾਤਾ ਗੰਗਾ ਜੀ ਦਾ ਅੰਤਮ ਸੰਸਕਾਰ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹ ਨਾਨਕਾ ਪਿੰਡ ਹੈ, ਉੱਥੇ ਰਹਿ ਰਿਹਾ 26 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। 7ਵੇਂ ਪਾਤਸ਼ਾਹ ਨੇ ਗੁਰਿਆਈ ਕੀਤੀ, ਫਿਰ 8ਵੇਂ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ ਤੇ 8ਵੇਂ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ ਪਹਿਲਾਂ ਦਿੱਲੀ ਤੋਂ 5 ਪੈਸੇ ਨਾਲੀਅਰ ਮੰਗਵਾ ਕਰਕੇ ਤੇ ਸੰਗਤ ਦੇ ਵਿੱਚ ਧਿਆਨ ਦੇ ਨਾਲ ਗੁਰਿਆਈ ਦਿੰਦਿਆਂ ਹੋਇਆਂ ਬਚਨ ਕਹੇ ਸੀ, ਬਾਬਾ ਬਕਾਲੇ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। 22 ਮੰਜੀਆਂ ਦਾ ਲੱਗ ਜਾਣਾ। 1 ਸਾਲ ਲੱਗੀਆਂ ਰਹੀਆਂ ਇਹ 22 ਮੰਜੀਆਂ। ਜਦੋਂ ਤਰੀਕਾਂ ਦੀ ਵਿਚਾਰ ਕਰਦੇ ਹਨ, 1664 ਈਸਵੀ ਸਨ 1721 ਬਿਕਰਮੀ ਸੰਮਤ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਗੁਰਿਆਈ ਦਿੱਤੀ ਤੇ ਆਪ ਸੱਚਖੰਡ ਪਿਆਨਾ ਕੀਤਾ। ਤੇ ਵੇਖੋ ਉਦੋਂ 2 ਸਾਲ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਹ ਬਚਨ ਕਰਦੇ ਆ, ਬਾਬਾ ਬਕਾਲੇ ਤੇ 1 ਸਾਲ ਮੰਜੀਆਂ ਲੱਗੀਆਂ ਰਹੀਆਂ। ਫਿਰ ਮੱਖਣ ਸ਼ਾਹ ਲਵਾਣੇ ਸਿੱਖ ਦਾ ਮਹਾਰਾਜ ਸਾਹਿਬ ਜੀ ਨੇ ਸਮੁੰਦਰ ਵਿੱਚ ਅਟਕਿਆ ਹੋਇਆ ਜਹਾਜ਼ ਬੰਨੇ ਲਾਉਣਾ, ਉਹਨੇ 500 ਸੋਨੇ ਦੀ ਮੋਹਰ ਸੁੱਖਣੀ, ਬਾਈਆਂ ਨੂੰ ਪਰਖਣਾ। ਜਦੋਂ ਗੁਰੂ ਸਾਹਿਬ ਜੀ ਨੂੰ ਆ ਕਰਕੇ 2 ਮੋਹਰਾਂ ਭੇਟ ਕਰਕੇ ਨਮਸਕਾਰ ਕਰਨੀ ਤੇ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਕਹਿਣਾ, ਸਿੱਖਾ ਗੁਰੂ ਘਰ ਨੂੰ ਮਾਇਆ ਦੀ ਭੁੱਖ ਤਾਂ ਨਹੀਂ,
ਪਰ ਜਿਸ ਵੇਲੇ ਤੇਰਾ ਜਹਾਜ਼ ਸਮੁੰਦਰ ਵਿੱਚ ਅਟਕਿਆ ਸੀ ਉਦੋਂ 500 ਸੁੱਕੀਆਂ ਸੀ, ਹੁਣ 2 ਕੁ ਰੱਖਦਾ ਹੈ। ਉਸੇ ਵੇਲੇ ਕਈਆਂ ਗੁਰਮੁਖਾਂ ਨੇ ਇਹ ਵੀ ਲਿਖਿਆ ਕਿ ਮਹਾਰਾਜ ਨੇ ਚਾਦਰ ਦੀ ਬੁੱਕਲ ਮਾਰੀ ਸੀ ਤੇ ਮਹਾਰਾਜ ਨੇ ਚਾਦਰ ਲਾ ਕੇ ਆਖਿਆ ਹਲੇ ਤਾਂ ਤੇਰੇ ਜਹਾਜ਼ ਨੇ ਜਦੋਂ ਮੋਢਾ ਦਿੱਤਾ ਕਿੱਲ ਵੀ ਉਤਰਾ ਹੀ ਨਿਸ਼ਾਨ ਪਏ ਹੋਏ ਆ। ਤੇ ਫਿਰ ਗਰੀਬ ਨਵਾਜ ਨੇ ਭਾਵੇਂ ਆਖਿਆ ਸੀ ਸਾਨੂੰ ਤੂੰ ਪ੍ਰਗਟ ਨਾ ਕਰੀ, ਲੰਮਾ ਇਤਿਹਾਸ ਹੈ। ਫਿਰ ਬੇਨਤੀ ਕਰਕੇ ਨਮਸਕਾਰ ਕਰਕੇ ਕੋਠੇ ਤੇ ਚੜ ਜਾਂਦਾ ਤੇ ਚਾਦਰ ਫੇਰ ਫੇਰ ਕੇ ਪੱਲਾ ਫੇਰ ਕੇ ਕਹਿੰਦਾ ਗੁਰੂ ਕੀ ਸੰਗਤ ਜੀ ਬਾਕੀ ਸਾਰੇ ਝੂਠੇ ਆ, ਸੱਚਾ ਗੁਰ ਲਾਧੋ ਰੇ, ਗੁਰ ਲਾਧੋ ਰੇ, ਗੁਰ ਲਾਧੋ ਰੇ। ਪੂਰਾ ਗੁਰੂ ਲੱਭ ਪਿਆ। ਸੰਗਤ ਇਕੱਤਰ ਹੁੰਦੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚੋਂ ਬਾਬਾ ਗੁਰਦਿੱਤਾ ਜੀ ਉਹ ਗੁਰਿਆਈ ਦਾ ਤਿਲਕ ਲਾਉਂਦੇ ਆ ਨਾਵੇਂ ਪਾਤਸ਼ਾਹ ਜੀ। ਇਹ 1665 ਈਸਵੀ ਸਨ ਤੇ 1722 ਬਿਕਰਮੀ ਸੰਮਤ ਨੂੰ ਨਾਵੇਂ ਮਹਾਰਾਜ ਸਾਹਿਬ ਜੀ ਪ੍ਰਗਟ ਹੁੰਦੇ ਆ ਸੰਗਤ ਵਿੱਚ ਗੁਰਿਆਈ ਮਿਲਣ ਤੋਂ 1 ਸਾਲ ਬਾਅਦ। ਤੇ ਫਿਰ ਮਹਾਰਾਜ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆ। ਉੱਥੇ ਅੱਗੋਂ ਜਿਵੇਂ ਦਰਵਾਜ਼ੇ ਬੰਦ ਹੁੰਦੇ ਆ, ਉੱਥੋਂ ਗਰੀਬ ਨਵਾਜ ਵੱਲੇਵੱਲ ਨੂੰ ਜਾਂਦੇ ਆ। ਫਿਰ ਚਲਦੇ ਚਲਦੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਕੀਰਤਪੁਰ ਸਾਹਿਬ ਪਹੁੰਚਦੇ ਆ। ਕੀਰਤਪੁਰ ਸਾਹਿਬ ਤੋਂ ਫਿਰ ਮਹਾਰਾਜ ਸਾਹਿਬ ਜੀ ਪਹਾੜੀ ਰਾਜਿਆਂ ਤੋਂ ਜ਼ਮੀਨ ਮੁੱਲ ਖਰੀਦ ਕਰਕੇ ਨਗਰ ਵਸਾਉਂਦੇ ਆ। ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਨਾਮ ਰੱਖਦੇ ਆ ਚੱਕ ਨਾਨਕੀ, ਜਿਸ ਦਾ ਬਾਅਦ ਵਿੱਚ ਨਾਮ ਸ੍ਰੀ ਅਨੰਦਪੁਰ ਸਾਹਿਬ ਪੈਂਦਾ ਹੈ। ਇਹ 1665 ਈਸਵੀ ਸਨ ਤੇ 1722 ਦੇ ਵਿੱਚ ਮਹਾਰਾਜ ਨੇ ਅਨੰਦਪੁਰ ਸਾਹਿਬ ਵਸਾਇਆ ਨਾਵੇਂ ਪਾਤਸ਼ਾਹ। ਕੁਝ ਮਹੀਨੇ ਉੱਥੇ ਠਹਿਰ ਕਰਕੇ ਫਿਰ ਉੱਥੋਂ ਗਰੀਬ ਨਵਾਜ ਸਾਹਿਬ ਜੀ ਸਮੇਤ ਪਰਿਵਾਰ ਦੇ ਪੂਰਬ ਵੱਲ ਨੂੰ ਚਾਲੇ ਪਾਉਂਦੇ ਆ ਸ੍ਰੀ ਪਟਨਾ ਸਾਹਿਬ ਵੱਲ। ਆਪਣੇ ਮਾਤਾ ਨਾਨਕੀ ਜੀ ਨੂੰ ਨਾਲ ਲਿਆ, ਆਪਣੇ ਮਹਿਲ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਨਾਲ ਲਿਆ ਤੇ ਹੋਰ ਕਈਆਂ ਗੁਰਸਿੱਖਾਂ ਨੂੰ ਨਾਲ ਲਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਨਾਮ ਭਾਈ ਮਣੀਆਂ ਸੀ ਉਸ ਵੇਲੇ, ਉਹ ਨਾਲ ਹਨ। ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਚੋਂ ਜਿਨ੍ਹਾਂ ਨੇ ਗੁਰਿਆਈ ਦਾ ਤਿਲਕ ਲਾਇਆ ਸੀ ਬਾਬਾ ਗੁਰਦਿੱਤਾ ਜੀ ਨਾਲ ਹਨ। ਇਹ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਨਾਲ ਲੈ ਕੇ ਹੋਰ ਵੀ ਕਈ ਗੁਰਸਿੱਖ, ਕਈਆਂ ਨੂੰ ਅਨੰਦਪੁਰ ਸਾਹਿਬ ਵਸਾਇਆ ਛੱਡਿਆ ਤੇ ਕਈਆਂ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਚੱਲੇ। ਜਿਹੜਾ ਪਿਛਲੇ ਦਿਨਾਂ ਵਿੱਚ ਵੀ ਇਤਿਹਾਸ ਸਾਂਝਾ ਕੀਤਾ ਸੀ ਕਿ ਸਾਲਸਰਾਏ ਜੌਹਰੀ ਦੀ ਹਵੇਲੀ 'ਚ ਧੰਨ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਸਮੇਤ ਪਟਨੇ ਸ਼ਹਿਰ ਦੇ ਵਿੱਚ ਗਰੀਬ ਨਵਾਜ ਸਾਹਿਬ ਨੇ ਕਈ ਦਿਨ ਕੀਰਤਨ ਕੀਤਾ ਸੀ ਤੇ ਸਾਲਸਰਾਏ ਜੌਹਰੀ ਦੀ ਭਾਵਨਾ ਵੇਖ ਕੇ ਉਹਨੂੰ ਬਚਨ ਕੀਤਾ ਸੀ ਵੀ 10ਵਾਂ ਜਾਮਾ ਤੇਰੇ ਘਰੇ ਆ ਕੇ ਪ੍ਰਗਟ ਕਰਾਂਗੇ। ਤੇ ਉਹੀ ਸਾਲਸਰਾਏ ਜੌਹਰੀ ਵਾਲਾ ਘਰ ਵਾ ਜਿੱਥੇ ਅੱਜ ਗੁਰੂ ਕਾ ਤਖਤ ਸਾਹਿਬ ਤਖਤ ਸ੍ਰੀ ਹਰਮੰਦਰ ਜੀ ਸ੍ਰੀ ਪਟਨਾ ਸਾਹਿਬ ਦੇ ਵਿੱਚ ਸ਼ੋਭਾ ਪਾਉਂਦਾ ਹੈ। ਉਹ ਪਹਿਲੇ ਸਰੂਪ 'ਚ ਕੀਤਾ ਹੋਇਆ ਬਚਨ ਪੂਰਾ ਕਰਨ ਵਾਸਤੇ ਨਾਵੇਂ ਪਾਤਸ਼ਾਹ ਸਮੇਤ ਪਰਿਵਾਰ ਦੇ ਫਿਰ ਗਰੀਬ ਨਵਾਜ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਚੱਲੇ, ਜਿਹਦਾ ਜ਼ਿਕਰ 7ਵੇਂ ਅਧਿਆਏ ਬਚਿੱਤਰ ਨਾਟਕ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤਾ ਹੈ। ਗਰੀਬ ਨਵਾਜ ਕਹਿੰਦੇ ਮੋਰ ਪਿੱਤ ਪੂਰਬ ਕੀ ਅਸ ਪਿਆਨਾ, ਮੇਰੇ ਪਿਤਾ ਜੀ ਨੇ ਪੂਰਬ ਵੱਲ ਨੂੰ ਜਾਣਾ ਕੀਤਾ, ਪਟਨਾ ਸਾਹਿਬ ਵੱਲ ਨੂੰ। ਭਾਂਤ ਭਾਂਤ ਕੇ ਤੀਰਥ ਨਾਨਾ, ਫਿਰ ਰਾਹ ਵਿੱਚ ਤਰ੍ਹਾਂ ਤਰ੍ਹਾਂ ਦੇ ਤੀਰਥ ਆਏ ਤੇ ਉਹਨਾਂ ਤੇ ਇਸ਼ਨਾਨ ਕੀਤਾ। ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਆਮ ਸੰਸਾਰ ਦੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ, ਆਪ ਵੀ ਪਵਿੱਤਰ ਹੋਣ ਵਾਸਤੇ, ਤੇ ਗੁਰੂ ਸਾਹਿਬ ਜੀ ਤੀਰਥਾਂ ਤੇ ਇਸ਼ਨਾਨ ਕਰਦੇ ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਸਤੇ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਤੀਰਥ ਵੀ ਤਾਂ ਸਾਧੂਆਂ ਦੀ ਚਰਨ ਧੂੜੀ ਲੋਚਦੇ ਆ। ਉਹ ਵੀ ਕਹਿੰਦੇ ਆ ਵੀ ਪਾਪਾਂ ਦੀ ਮੈਲ ਨਾਲ ਭਰੇ ਹੋਏ ਤੇ ਸਾਡੇ ਚ ਰੋਜ਼ ਹੀ ਨਹਾਉਂਦੇ ਆ, ਕੋਈ ਸਿਮਰਨ ਕਰਨ ਵਾਲਾ ਕੋਈ ਬੰਦਗੀ ਵਾਲਾ ਸਾਧੂ ਆ ਕੇ ਸਾਡੇ ਚ ਚਰਨ ਪਾ ਜਾਵੇ, ਸਾਡੀ ਮੈਲ ਵੀ ਲਾ ਜਾਵੇ। ਕਿਲ ਵੇਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਮਹਾਂਪੁਰਖ ਦੱਸਦੇ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਦਿਆਂ ਕਹਿੰਦੇ ਵੀ ਆਪਾਂ ਜਦੋਂ ਇਸ਼ਨਾਨ ਕਰਦੇ ਆ ਤੇ ਉਸ ਤੋਂ ਬਾਅਦ ਪਿੰਡਾ ਸਾਫ਼ ਕਰਨਾ ਹੁੰਦਾ ਤੇ ਤੌਲੀਏ ਦੇ ਨਾਲ ਕਰ ਲੈਨੇ, ਤੌਲੀਏ ਨਾਲ ਕਿਸੇ ਕੱਪੜੇ ਨਾਲ ਸਾਫੇ ਨਾਲ ਆਪਣਾ ਪਿੰਡਾ ਸਾਫ਼ ਕਰ ਲਈਦਾ, ਪੂੰਝ ਲਈਦਾ। ਪਰ ਜਿਹਦੇ ਨਾਲ ਪਿੰਡਾ ਸਾਫ਼ ਕਰੀਦਾ ਇੱਕ ਦਿਨ ਉਹਨੂੰ ਵੀ ਸਾਫ਼ ਕਰਨਾ ਪੈਂਦਾ, ਇੱਕ ਦਿਨ ਉਹਨੂੰ ਵੀ ਧੋਣਾ ਪੈਂਦਾ।
ਉਹ ਸੰਸਾਰ ਦੇ ਲੋਕਾਂ ਦੀ ਮੈਲ ਲਾਉਂਦੇ ਲਾਉਂਦੇ ਤੀਰਥੋਂ ਬੇਨਤੀਆਂ ਕਰਦੇ ਆ, ਕੋਈ ਮਹਾਂਪੁਰਖ ਸਾਡੇ 'ਚ ਵੀ ਆ ਕੇ ਚਰਨ ਪਾਵੇ, ਸਾਡੀ ਵੀ ਮੈਲ ਲਾ ਜਾਵੇ। ਤੇ ਗੁਰੂ ਸਾਹਿਬ ਜੀ ਨੇ ਤੀਰਥਾਂ ਦੇ ਉੱਤੇ ਜਦੋਂ ਚਰਨ ਪਾਏ, ਇਸ਼ਨਾਨ ਕੀਤੇ ਤੇ ਤੀਰਥਾਂ ਨੂੰ ਵੀ ਪਵਿੱਤਰ ਕਰ ਦਿੱਤਾ। ਭਾਂਤ ਭਾਂਤ ਕੇ ਤੀਰਥ ਨਾਨਾ, ਵਿਚਰਦਿਆਂ ਵਿਚਰਦਿਆਂ ਸਮੇਤ ਪਰਿਵਾਰ ਦੇ, ਸਮੇਤ ਗੁਰਸਿੱਖਾਂ ਦੇ, ਸਾਧੂਆਂ ਦੀ ਮੰਡਲੀ ਨਾਲ ਚੱਲਦੀ ਸੀ ਉਸ ਵੇਲੇ। ਜਬ ਹੀ ਜਾਤ ਤ੍ਰਿਵੇਣੀ ਭਏ, ਜਦੋਂ ਪਿਤਾ ਜੀ ਤ੍ਰਿਵੇਣੀ ਤੇ ਪਹੁੰਚੇ, ਜਿੱਥੇ 3 ਨਦੀਆਂ ਇਕੱਠੀਆਂ, 2 ਪ੍ਰਤੱਖ ਰੂਪ ਦੇ ਵਿੱਚ, ਇੱਕ ਨੂੰ ਗੁਪਤ ਮੰਨਿਆ ਜਾਂਦਾ ਹੈ। ਗੰਗਾ ਤੇ ਜਮਨਾ ਪ੍ਰਤੱਖ ਤੇ ਸਰਸਵਤੀ ਦਾ ਗੁਪਤ ਸੰਗਮ ਮੰਨਦੇ, ਉਹਨੂੰ 3 ਨਦੀਆਂ ਦਾ ਸੰਗਮ ਤ੍ਰਿਵੇਣੀ ਕਹਿੰਦੇ। ਮੁਸਲਮਾਨੀ ਰਾਜ ਸੀ ਜਿਸ ਵੇਲੇ, ਉਹਨਾਂ ਨੇ ਆਖਿਆ ਕੋਈ ਤ੍ਰਿਵੇਣੀ ਨਹੀਂ, ਕਿਉਂਕਿ ਜਿਹਦਾ ਰਾਜ ਹੋਵੇ ਉਹ ਆਪਦਾ ਸਿੱਕਾ ਚਲਾਉਂਦਾ। ਉਹ ਕਹਿੰਦੇ ਇਹਦਾ ਨਾਮ ਆ, ਇਹ ਅੱਲਾ ਦਾ ਆਬਾਦ ਕੀਤਾ ਹੋਇਆ, ਇਹਨੂੰ ਆਖੋ ਇਲਾਹਾਬਾਦ, ਇਹ ਇਲਾਹਾਬਾਦ ਹੈ। ਫਿਰ ਉਹਦਾ ਨਾਂ ਤ੍ਰਿਵੇਣੀ ਦਾ ਇਲਾਹਾਬਾਦ ਬਦਲ ਕੇ ਰੱਖ ਦਿੱਤਾ। ਜਦੋਂ ਉੱਥੇ ਮਹਾਰਾਜ ਸਾਹਿਬ ਜੀ ਪਹੁੰਚੇ, 6 ਮਹੀਨੇ ਉੱਥੇ ਰਹੇ ਸਤਿਗੁਰੂ ਨਾਮੇ ਪਾਤਸ਼ਾਹ ਸਮੇਤ ਪਰਿਵਾਰ ਦੇ। ਉੱਥੇ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ। ਜਦੋਂ ਉੱਥੇ ਪਹੁੰਚੇ ਨਾ, ਫਿਰ ਮਾਤਾ ਜੀ ਨੇ ਬੇਨਤੀ ਕੀਤੀ ਇੱਕ ਦਿਨ, ਧੰਨ ਮਾਤਾ ਨਾਨਕੀ ਜੀ ਨੇ, ਕਿ ਲਾਲ ਜੀ ਤੁਹਾਡੇ ਆਨੰਦ ਕਾਰਜ ਨੂੰ ਵੀ 3 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ। 32 ਸਾਲ ਤੋਂ ਵਧੇਕ ਸਮਾਂ ਹੋ ਚੁੱਕਾ ਸੀ ਮਹਾਰਾਜ ਸਾਹਿਬ ਜੀ ਦੇ ਆਨੰਦ ਕਾਰਜ ਨੂੰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਮਾਤਾ ਗੁਜਰੀ ਜੀ ਦੇ, ਤੇ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਬਚਨ ਦਿੱਤਾ ਸੀ ਕਿ ਹੇ ਨਾਨਕੇ, ਤੂੰ ਆਪਣੇ ਮਹਾਬਲੀ ਪੋਤਰੇ ਦੇ ਦੀਦਾਰ ਕਰੇਂਗੀ। ਉਹ ਕਦੋਂ ਸਮਾਂ ਆਵੇਗਾ ਜਦੋਂ ਮੈਂ ਮਹਾਬਲੀ ਪੋਤਰੇ ਦੇ ਦਰਸ਼ਨ ਕਰਾਂਗੀ। ਸਤਿਗੁਰੂ ਨਿਮਰਤਾ ਦਾ ਸਰੂਪ, ਜੋ ਕੁਝ ਮਹਾਰਾਜ ਨੇ ਕੀਤਾ ਸਾਡੇ ਵਾਸਤੇ ਪੂਰਨੇ ਪਾਏ। ਸੰਸਾਰ ਨੂੰ ਤਾਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਸਿੱਖਿਆਵਾਂ ਦਿੱਤੀਆਂ। ਆਖਿਆ ਮਾਤਾ ਜੀ, ਧੁਰ ਕੀ ਬਾਣੀ ਦਾ ਓਟ ਆਸਰਾ ਲੈਂਦੇ ਹਾਂ, ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਇੱਥੇ, ਤੇ ਗੁਰਸਿੱਖਾਂ ਪਾਸੋਂ ਅਰਦਾਸ ਕਰਾਉਂਦੇ ਹਾਂ, ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨਗੇ, ਤੁਸੀਂ ਛੇਤੀ ਹੀ ਆਪਣੇ ਮਹਾਬਲੀ ਪੋਤਰੇ ਦੇ ਦਰਸ਼ਨ ਕਰੋਗੇ। ਫਿਰ ਉੱਥੇ ਧੁਰ ਕੀ ਬਾਣੀ ਦਾ ਸ੍ਰੀ ਅਖੰਡ ਪਾਠ ਸਾਹਿਬ ਹੋਇਆ ਤ੍ਰਿਵੇਣੀ ਤੇ ਇਲਾਹਾਬਾਦ। ਤੇ ਉਹ ਪਾਵਨ ਪਵਿੱਤਰ ਸਰੂਪ, ਜਿਸ ਪਾਵਨ ਸਰੂਪ ਤੋਂ ਅਖੰਡ ਪਾਠ ਸਾਹਿਬ ਉੱਥੇ ਕੀਤਾ ਗਿਆ ਨਾ, ਉਹ ਹੁਣ ਵੀ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਸੋਭਨੀਕ ਹੈ, ਜੋ ਗਊ ਘਾਟ ਸਾਹਿਬ ਅਸਥਾਨ ਹੈ ਉਸ ਅਸਥਾਨ ਦੇ ਉੱਤੇ। ਤੇ ਜਿਹੜੇ ਪਾਠੀ ਲੱਗੇ ਸੀ ਨਾ ਪਾਠ ਕਰਨ ਵਾਲੇ, ਉਹ 5 ਹੀ ਬ੍ਰਹਮ ਗਿਆਨੀ ਗੁਰਸਿੱਖ ਸਨ, ਗੁਰੂ ਘਰ ਦੇ ਸਾਜੇ ਨਵਾਜੇ ਹੋਏ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਤੇ ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਚੋਂ ਗੁਰਿਆਈ ਦਾ ਤਿਲਕ ਦੇਣ ਵਾਲੇ, ਤੇ ਭਾਈ ਮਣੀ ਸਿੰਘ ਜੀ। ਉਦੋਂ ਭਾਈ ਮਣੀ ਸਿੰਘ ਜੀ ਦਾ ਨਾਮ ਭਾਈ ਮਣੀਆਂ ਸੀ। ਭਾਈ ਮਣੀ ਸਿੰਘ ਜੀ ਨੇ 7ਵੇਂ ਮਹਾਰਾਜ ਦੇ ਪਾਸੋਂ ਸਿੱਖੀ ਪ੍ਰਾਪਤ ਕੀਤੀ, ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸੋਂ। 7ਵੇਂ ਪਾਤਸ਼ਾਹ ਜੀ ਦੀ ਵੀ ਸੰਗਤ ਕੀਤੀ, 8ਵੇਂ ਪਾਤਸ਼ਾਹ ਦੀ ਵੀ ਸੰਗਤ ਕੀਤੀ, 9ਵੇਂ ਪਾਤਸ਼ਾਹ ਦੇ ਚਰਨਾਂ 'ਚ ਰਹੇ, 10ਵੇਂ ਪਾਤਸ਼ਾਹ ਦੇ ਨਾਲ ਰਹੇ। ਤੇ ਹਜੂਰ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ, ਭਾਈ ਮਣੀ ਸਿੰਘ ਉਦੋਂ ਚੌਰ ਕਰਦੇ ਸੀ। 10ਵੇਂ ਪਾਤਸ਼ਾਹ ਦੇ ਸੱਚਖੰਡ ਪਿਆਨੇ ਤੋਂ ਬਾਅਦ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਆ ਕੇ ਬਣੇ, ਸੇਵਾ ਕੀਤੀ। 16 ਸਾਲ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਈ ਭਾਈ ਮਣੀ ਸਿੰਘ ਜੀ। ਤੇ 90 ਸਾਲ ਤੋਂ ਵੀ ਵਧੇਕ ਸਰੀਰ ਕਾਰਬਲਾ ਦੇ ਵਿੱਚ ਉਹਨਾਂ ਨੇ ਬੰਦ ਕਟਾ ਕੇ ਸ਼ਹਾਦਤ ਪ੍ਰਾਪਤ ਕੀਤੀ। ਜਿਸ ਭਾਈ ਮਣੀ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਸ਼ਹੀਦਾਂ ਦਾ। ਉਹਨਾਂ ਦੇ ਦਾਦਾ ਜੀ ਬੱਲੂ ਰਾਓ ਜੀ ਨੇ 6ਵੇਂ ਮਹਾਰਾਜ ਸਾਹਿਬ ਜੀ ਦੀ ਪਹਿਲੀ ਜੰਗ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਾਲੀ 'ਚ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹ 5 ਪਾਠੀ ਲੱਗੇ, ਤੇ 3 ਉਹ ਜਿਹੜੇ ਚਾਂਦਨੀ ਚੌਂਕ ਵਿੱਚ ਬਾਅਦ ਵਿੱਚ ਸ਼ਹੀਦ ਹੁੰਦੇ। ਭਾਈ ਮਤੀ ਦਾ, ਜਿਹਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਸਤੀ ਦਾ, ਜਿਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਦਿਆਲਾ ਜੀ, ਇਹ ਭਾਈ ਮਣੀ ਸਿੰਘ ਦੇ ਭਰਾਵਾਂ ਵਿੱਚੋਂ ਉਹਨਾਂ ਦੇ ਸਕੇ ਭਰਾ ਸਨ।
ਇਹ 5 ਪਾਠੀ ਲੱਗੇ ਉਸ ਵੇਲੇ, ਇਹਨਾਂ ਨੇ ਪਾਠ ਕੀਤਾ। ਆਦਿ ਵਿੱਚ ਆਰੰਭ ਵਿੱਚ ਵੀ ਅਰਦਾਸ ਹੋਈ, ਮੱਧ ਵਿੱਚ ਵੀ ਅਰਦਾਸ ਹੋਈ, ਭੋਗ ਤੇ ਅਰਦਾਸ ਹੋਈ। ਤੇ ਅਰਦਾਸ ਇਹੀ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਮਾਤਾ ਗੁਜਰੀ ਜੀ, ਉਸ ਵੇਲੇ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਸੀ, ਬਾਅਦ ਚ ਅੰਮ੍ਰਿਤ ਛਕਣ ਤੋਂ ਬਾਅਦ ਗੁਜਰ ਕੌਰ, ਕੌਰ ਅੱਖਰ ਨਾਲ ਲੱਗਾ। ਤਿੰਨਾਂ ਦੇ ਗ੍ਰਹਿ ਵਿਖੇ ਆਪ ਸਾਹਿਬਜ਼ਾਦੇ ਦੀ ਬਖਸ਼ਿਸ਼ ਕਰੋ। ਜਦੋਂ ਇਹ ਅਰਦਾਸ ਹੋਈ, ਫਿਰ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਮਾਤਾ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ। ਫਿਰ ਉੱਥੋਂ ਜਦੋਂ ਨਾਵੇਂ ਪਾਤਸ਼ਾਹ ਮਹਾਰਾਜ ਨੇ ਸਮੇਤ ਪਰਿਵਾਰ ਦੇ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਸਾਲਸਰੇ ਜੌਹਰੇ ਦੀ ਉਹ ਹਵੇਲੀ ਵਾਲੇ ਥਾਂ ਤੇ ਜਾ ਕੇ ਗੁਰਸਿੱਖਾਂ ਨੇ ਉਹ ਹਵੇਲੀ ਭੇਟ ਕੀਤੀ। ਉੱਥੇ ਪਰਿਵਾਰ ਛੱਡ ਕੇ ਤੇ ਰਾਜੇ ਰਾਮ ਸਿੰਘ ਦੀ ਸਹਾਇਤਾ ਕਰਨ ਵਾਸਤੇ ਆਪ ਅਸਾਮ ਨੂੰ, ਬੰਗਾਲ ਵੱਲ ਨੂੰ ਜਾਣਾ ਕੀਤਾ, ਢਾਕੇ ਵੱਲ ਨੂੰ ਗਏ। ਤਾਂ ਉਹਦਾ ਜ਼ਿਕਰ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਆਖਿਆ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ। ਤ੍ਰਿਵੇਣੀ ਵਾਲੇ ਥਾਂ ਤੇ ਮਾਤਾ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ। ਤੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ, ਪਟਨਾ ਸ਼ਹਿਰ ਵਿਖੇ ਭਵ ਲਿਓ, ਫਿਰ ਉੱਥੇ ਅਸੀਂ ਸੰਸਾਰ ਦੇ ਵਿੱਚ ਅਵਤਾਰ ਧਾਰਿਆ, ਉੱਥੇ ਅਸੀਂ ਪ੍ਰਗਟ ਹੋਣਾ ਕੀਤਾ। ਤੋ ਅੱਜ ਦੇ ਦਿਹਾੜੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ 1666 ਈਸਵੀ ਸਨ 22 ਦਸੰਬਰ ਬਿਕਰਮੀ ਸੰਮਤ 1723 ਪੋਹ ਤੇ ਪੋਹ ਸੁਦੀ 7ਵੀਂ, ਮੱਸਿਆ ਤੋਂ ਅਗਲੇ ਦਿਨ ਸੁਦੀ ਏਕਮ ਹੁੰਦੀ ਹੈ ਤੇ 7ਵੇਂ ਦਿਨ ਸੁਦੀ 7ਵੀਂ। ਅੱਜ 7ਵਾਂ ਦਿਨ ਹੈ ਮੱਸਿਆ ਤੋਂ ਬਾਅਦ, ਤੇ ਅੱਜ ਪੋਹ ਸੁਦੀ 7ਵੀਂ ਦਾ ਦਿਹਾੜਾ ਹੈ। ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਇੱਕ ਵਾਰੀ ਸਭ ਮਾਈ ਭਾਈ ਦਸ਼ਮੇਸ਼ ਪਾਤਸ਼ਾਹ ਜੀ ਦੇ ਆਪਣੇ ਪਵਿੱਤਰ ਬਚਨਾਂ ਦੇ ਇਹਨਾਂ ਨਾਲ ਸਾਂਝ ਪਾਈਏ, ਫਿਰ ਲੜੀਵਾਰ ਜੋ ਗਾਥਾ ਮਹਾਰਾਜ ਦੀ ਉਹਦੇ ਨਾਲ ਜੁੜਾਂਗੇ। ਤਹੀ ਪ੍ਰਕਾਸ਼ ਹਮਾਰਾ ਭਇਓ, ਤਹੀ ਪ੍ਰਕਾਸ਼ ਹਮਾਰਾ ਭਇਓ। पटना शहर बिखै भव लयो, पटना शहर बिखै भव लयो, पटना शहर बिखै। पटना शहर बिखै भव लयो, पटना शहर बिखै भव लयो। ਮਹਾਰਾਜ ਸਾਹਿਬ ਜੀ ਨੇ ਆਖਿਆ ਵੀ 3 ਕਾਰਨ ਆ ਸਾਡੇ ਸੰਸਾਰ ਵਿੱਚ ਆਉਣ ਦੇ। ਪਹਿਲਾ ਵਾ ਧਰਮ ਚਲਾਉਣ ਵਾਸਤੇ ਆਏ ਅਸੀਂ, ਦੂਜਾ ਵਾ ਸੰਤਾਂ ਨੂੰ ਬਚਾਉਣ ਵਾਸਤੇ ਆਏ ਅਸੀਂ, ਤੇ ਤੀਜਾ ਵਾ ਜਿਹੜੇ ਜ਼ਬਰ ਤੇ ਜ਼ੁਲਮ ਕਰਨ ਵਾਲੇ ਉਹਨਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਏ ਅਸੀਂ। ਧਰਮ ਚਲਾਵਨ ਸੰਤੇ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮਹਾਰਾਜ ਕਹਿੰਦੇ ਇਹੀ ਸਾਡੇ ਆਉਣ ਦਾ ਕਾਰਨ ਹੈ। ਤੇ ਜਦੋਂ ਪ੍ਰਭੂ ਨੇ ਸਾਨੂੰ ਭੇਜਣਾ ਕੀਤਾ ਤੇ ਆਖਿਆ ਵੀ ਅਸੀਂ ਤੁਹਾਨੂੰ ਆਪਣਾ ਪੁੱਤਰ ਥਾਪ ਕੇ ਭੇਜਣ ਲੱਗੇ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕਹੋ ਸਾਜਾ, ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇ ਮਹਾਰਾਜ ਕਹਿੰਦੇ ਫਿਰ ਅਸੀਂ ਅਰਦਾਸ ਕੀਤੀ, ਬੇਨਤੀ ਕੀਤੀ, ਖਲੋ ਕੇ ਹੱਥ ਜੋੜ ਕੇ ਸੀਸ ਨਵਾ ਕੇ, ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵੀ ਇਹ ਪੰਥ ਖਾਲਸਾ ਤਾਂ ਸੰਸਾਰ ਵਿੱਚ ਚੱਲ ਸਕਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਤੁਸੀਂ ਸਹਾਈ ਹੋਵੋਗੇ। ਆਪਾਂ ਸੰਗਤ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਪ੍ਰਕਾਸ਼ ਦਾ ਅਰਥ ਹੈ ਚਾਨਣਾ, ਰੋਸ਼ਨੀ। ਸਾਡੇ ਹਿਰਦੇ ਵਿੱਚ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋਵੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰੇਮ ਦਾ ਪ੍ਰਕਾਸ਼ ਹੋਵੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਿੱਖੀ ਦਾ ਪ੍ਰਕਾਸ਼ ਹੋਵੇ। ਜੋ ਗਰੀਬ ਨਵਾਜ ਨੇ ਪ੍ਰਕਾਸ਼ ਧਾਰ ਕੇ ਤੇ ਜੀਵਨ ਦੇ ਵਿੱਚ ਪੌਣੇ 42 ਸਾਲਾਂ ਦੀ ਸਾਰੀ ਆਲਵਲਾ ਦੇ ਵਿੱਚ ਸਾਨੂੰ ਬੇਅੰਤੀ ਬੇਅੰਤ ਦਾਤਾਂ ਦਿੱਤੀਆਂ।
ਅੰਮ੍ਰਿਤ ਦੀ ਦਾਤ ਦਿੱਤੀ, ਤਾਂ ਮਹਾਰਾਜ ਨੂੰ ਅੰਮ੍ਰਿਤ ਦਾਤੇ ਕਿਹਾ ਜਾਂਦਾ। ਮਹਾਰਾਜ ਸਾਹਿਬ ਜੀ ਨੇ ਬ੍ਰਹਮ ਵਿਦਿਆ ਦੀ ਦਾਤ ਦਿੱਤੀ, ਬਾਣੀ ਦੀ ਦਾਤ ਬਖਸ਼ਿਸ਼ ਕੀਤੀ, ਬਾਣੇ ਦੀ ਦਾਤ ਬਖਸ਼ਿਸ਼ ਕੀਤੀ, 5 ਕਕਾਰੀ ਬਾਣਾ ਦਿੱਤਾ, ਰਹਿਣੀ ਦਿੱਤੀ, ਬਹਿਣੀ ਦਿੱਤੀ, ਸਹਿਣੀ ਦਿੱਤੀ, ਕਹਿਣੀ ਦਿੱਤੀ। ਮਹਾਰਾਜ ਸਾਹਿਬ ਜੀ ਨੇ ਦਿੱਤਾ ਕੀ ਨਹੀਂ ਹੈ। ਗਰੀਬ ਨਵਾਜ ਸਾਹਿਬ ਜੀ ਨੇ ਇਸੇ ਕਰਕੇ ਇਤਿਹਾਸਕਾਰਾਂ ਨੇ ਆਖਿਆ ਵੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦਾਨੀ, ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੂਰਮਾ ਕੋਈ ਹੋਇਆ ਹੋਰ, ਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਭਗਤੀ ਕੋਈ ਹੋਇਆ। ਇਹ 3 ਪਦਵੀਆਂ ਵਾ ਸੰਸਾਰ ਦੇ ਵਿੱਚ। ਜਨਨੀ ਜਨੈ ਤਾਂ ਭਗਤ ਜਨ, ਕੈ ਦਾਤਾ ਕੈ ਸੂਰ, ਨਾਹੇ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵੇ ਨੂਰ। ਆਖਿਆ ਮਾਂ ਜੇ ਤੂੰ ਕਿਸੇ ਬੱਚੇ ਨੂੰ ਜਨਮ ਦੇਣਾ ਤੇ ਤੇਰਾ ਪੁੱਤਰ ਜਾਂ ਤੇ ਦਾਨੀ ਹੋਣਾ ਚਾਹੀਦਾ ਹੈ, ਜਾਂ ਭਗਤ ਹੋਣਾ ਚਾਹੀਦਾ, ਤੇ ਜਾਂ ਸੂਰਮਾ ਹੋਣਾ ਚਾਹੀਦਾ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਸੂਰਮਿਆਂ ਚੋਂ ਮਹਾਨ ਸੂਰਮੇ ਆ, ਭਗਤਾਂ ਵਿੱਚੋਂ ਮਹਾਨ ਭਗਤ ਵਾ, ਤੇ ਦਾਨੀਆਂ ਵਿੱਚੋਂ ਮਹਾਨ ਹੀ ਦਾਨੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਨੀ ਕਿਸੇ ਨੇ ਬਣ ਜਾਣਾ? ਦਾਨ ਤੇ ਲੋਕ ਵੀ ਕਰਦੇ ਆ, ਮਹਾਂਪੁਰਖ ਬਚਨ ਕਰਿਆ ਕਰਦੇ ਦਾਨ ਦਾ, ਕਹਿੰਦੇ ਲੋਕਾਂ ਦਾ ਤੇ ਦਾਨ ਵੀ ਬੜਾ ਵੱਖਰਾ ਹੀ ਹੈ। ਵੀ ਧੇਲੀ ਦਾਨ ਕਰਕੇ ਹਵੇਲੀ ਮੰਗਦੇ, ਧੇਲੀ ਦਾਨ ਕਰਨੀ ਆ ਤੇ ਹਵੇਲੀ ਮੰਗ ਲੈਣੀ ਇੱਕ ਧੇਲੀ ਦੇ ਬਦਲੇ। ਗੰਢਾ ਦਾਨ ਕਰਨਾ, ਉਹਦੇ ਵੱਟੇ ਸੰਢਾ ਮੰਗ ਲੈਣਾ। ਵੀ ਦਾਨ ਥੋੜਾ ਜਿਹਾ ਕਰਨਾ, ਮੰਗਣਾ ਜ਼ਿਆਦਾ। ਫਿਰ ਦਾਨ ਕਰਕੇ ਇੱਕ ਪੱਖਾ ਦਾਨ ਕੀਤਾ ਤੇ ਉਹਦੇ 3 ਫਰਾਂ ਦੇ ਉੱਤੇ ਸਾਰੇ ਟੱਬਰ ਦਾ ਹੀ ਨਾਂ ਲਿਖਾ ਦਿੱਤਾ, 3 ਪੀੜ੍ਹੀਆਂ ਦਾ, ਬਾਪੂ ਦਾ ਵੀ, ਪਿਤਾ ਦਾ ਵੀ, ਤੇ ਪੁੱਤਰਾਂ ਦਾ ਵੀ ਦਾਨ। ਪਰ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਕੋਈ ਹੋ ਸਕਦਾ। ਮਹਾਰਾਜ ਨੇ ਤਾਂ ਪਿਤਾ ਵੀ ਦਾਨ ਕਰ ਦਿੱਤਾ ਤਿਲਕ ਜੰਨੂ ਦੀ ਰਾਖੀ ਵਾਸਤੇ, ਪੁੱਤਰ ਵੀ ਦਾਨ ਕਰ ਦਿੱਤੇ, ਚਾਰੇ ਦੇ ਚਾਰੇ ਸਾਡੇ ਤੋਂ ਕੁਰਬਾਨ ਕਰਕੇ। ਤੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਜਿੱਥੇ ਗੁਰੂ ਕਾ ਪੁਰਬ ਮਨਾਉਂਦੇ ਹਾਂ, ਵਧਾਈਆਂ ਦਿੰਦੇ ਹਾਂ, ਦੇਣੀਆਂ ਵੀ ਚਾਹੀਦੀਆਂ ਵਾ, ਪਰ ਉੱਥੇ ਇਹ ਵੀ ਹਿਰਦੇ 'ਚ ਖਿਆਲ ਆਉਣਾ ਚਾਹੀਦਾ ਵੀ ਕੱਲੀਆਂ ਵਧਾਈਆਂ ਹੀ ਨਾ ਦਿੰਦੇ ਰਹਿ ਜਗੇ। ਜੋ ਮਹਾਰਾਜ ਨੇ ਸਿੱਖਿਆ ਦਿੱਤੀ ਕਿ ਅਸੀਂ ਸਾਬਤ ਸੂਰਤ ਹੋਏ ਆ, ਕਿਤੇ ਕੇਸਾਂ ਦੀ ਬੇਅਦਬੀ ਤਾਂ ਨਹੀਂ ਕਰਦੇ, ਕਿ ਅਸੀਂ ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, 5 ਕਕਾਰਾਂ ਦੀ ਰਹਿਤ ਵਿੱਚ ਰਹਿੰਦੇ ਹਾਂ। ਜੋ ਮਹਾਰਾਜ ਨੇ ਆਖਿਆ ਰਹਿਣੀ ਰਹਿ ਸੋਈ ਸਿੱਖ ਮੇਰਾ, ਕਿ ਜਿਹੜਾ ਰਹਿਤ 'ਚ ਰਵੇਗਾ ਉਹ ਮੇਰਾ ਸਿੱਖ ਹੈ। ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਤੋ ਗਰੀਬ ਨਵਾਜ ਸਾਹਿਬ ਜੀ ਨੇ ਬੇਅੰਤ ਦਾਤਾਂ ਸਾਨੂੰ ਦਿੱਤੀਆਂ ਸੰਗਤ ਜੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਵੀ ਧੰਨ, ਉਹ ਧਰਤੀ ਵੀ ਧੰਨ ਹੋ ਗਈ। ਜਿਵੇਂ ਚੌਥੇ ਪਾਤਸ਼ਾਹੀ ਦੇ ਬੋਲ ਆ ਨਾ, ਸਾਤ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਪਿਤਾ ਵੀ ਧੰਨ, ਮਾਤਾ ਵੀ ਧੰਨ, ਤੇ ਉਹ ਕੁਲ ਵੀ, ਸੋਢੀ ਕੁਲ ਵੀ ਧੰਨ ਹੋ ਗਈ, ਜਿਸ ਕੁਲ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ। ਤੋ 10ਮ ਪਾਤਸ਼ਾਹ ਮਹਾਰਾਜ ਜੀ ਦਾ ਹੀ ਲੜੀਵਾਰ ਇਤਿਹਾਸ ਸਾਧ ਸੰਗਤ ਜੀ ਆਪਾਂ ਪੜ੍ਹਦੇ ਸੁਣਦੇ ਹਾਂ। ਜਿਵੇਂ ਸਤਿਗੁਰੂ ਜੀ ਲੰਮੇ ਪਿੰਡ ਵਿੱਚ ਗਰੀਬ ਨਵਾਜ ਸਾਹਿਬ ਜੀ ਪਹੁੰਚੇ, ਜਿਵੇਂ ਨੂਰੇ ਮਾਈ ਨੇ ਸਾਰੀ ਸਰਹੰਦ ਦੀ ਗਾਥਾ ਸੁਣਾਈ ਹੈ, ਜਿਵੇਂ ਮਹਾਰਾਜ ਨੇ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਦਾ ਬਚਨ ਕੀਤਾ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਰਾਏ ਕੱਲੇ ਨੇ ਬੇਨਤੀ ਕੀਤੀ ਤੇ ਉਸ ਨੂੰ ਮਹਾਰਾਜ ਨੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ। ਆਖਿਆ ਕਿ ਤੇਰੀ ਕੁਲ ਵਿੱਚ ਜਿੰਨਾ ਚਿਰ ਇਸ ਸ੍ਰੀ ਸਾਹਿਬ ਦਾ ਕਿਰਪਾਨ ਦਾ ਅਦਬ ਰਵੇਗਾ, ਸਤਿਕਾਰ ਰਵੇਗਾ, ਤੇਰਾ ਰਾਜ ਭਾਗ ਵੀ ਰਵੇਗਾ ਤੇ ਤੇਰੀ ਕੁਲ ਵੀ ਰਵੇਗੀ। ਤਾਂ ਜੇ ਜਾਂਦਾ ਰਵੇਗਾ ਤੇ ਤੇਰਾ ਰਾਜ ਭਾਗ ਵੀ ਚਲੇ ਜਾਵੇਗਾ। ਤਾਂ ਇਹ ਸਾਰਾ ਸਾਧ ਸੰਗਤ ਜੀ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ। ਫਿਰ ਮਹਾਰਾਜ ਲੰਮੇ ਜੱਟਪੁਰੇ ਤੋਂ ਮਾਲਵੇ ਵੱਲ ਨੂੰ ਅੱਗੇ ਗਰੀਬ ਨਵਾਜ ਸਾਹਿਬ ਜੀ ਆਲਮਗੀਰ ਤੇ ਆਦਿਕ ਹੋਰ ਅਸਥਾਨਾਂ ਤੇ ਸਤਿਗੁਰੂ ਜੀ ਠਹਿਰਦੇ ਹੋਏ ਜਿਵੇਂ ਦੀਨੇ ਕਾਂਗੜ ਪਹੁੰਚਦੇ ਹਨ। ਇਹ ਗਾਥਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਆ ਰਹੀ ਹੈ। ਦਸ਼ਮੇਸ਼ ਪਾਤਸ਼ਾਹੀ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਏਕ ਨਿਸਾ ਬਸ ਗਏ ਅਦਾਰੀ।
ਗਰੀਬ ਨਵਾਜ ਸਾਹਿਬ ਜੀ ਜਿਵੇਂ ਲੰਮੇ ਜੱਟ ਪਰੇ ਤੋਂ ਅੱਗੇ ਗਏ ਤੇ ਅੱਗੇ ਇੱਕ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬੇਰੀ ਦੇ ਦਰਖਤ ਹੇਠਾਂ ਪਲੰਘ ਟਿਕਾਇਆ ਗੁਰਸਿੱਖਾਂ ਨੇ। ਉੱਥੇ ਫਿਰ ਇੱਕ ਰਾਤ ਮਹਾਰਾਜ ਸਾਹਿਬ ਜੀ ਵਸ ਕਰਕੇ ਤੇ ਅੱਗੇ ਗਏ। ਆਜੀ ਦੇਵ ਪਲੰਗ ਅਸਵਾਰੀ ਹਾਜੀਆਂ ਵਾਲਾ ਹੀ ਮਹਾਰਾਜ ਸਾਹਿਬ ਜੀ ਦਾ ਲਿਬਾਸ ਹੈ, ਨੀਲੇ ਬਸਤਰ ਪਹਿਨੇ ਹੋਏ ਆ, ਪਲੰਘ ਦੇ ਉੱਤੇ ਸਤਿਗੁਰੂ ਜੀ ਅਸਵਾਰ ਹਨ। ਸਨਮੁਖ ਸਿੰਘ ਮਿਲਿਓ ਆਏ ਅਗਲੇ ਪਾਸੇ ਸਤਿਗੁਰੂ ਜੀ ਦੇ ਸਨਮੁਖ ਇੱਕ ਸਿੰਘ ਆ ਕਰਕੇ ਮਿਲਿਆ ਹੈ। ਸ੍ਰੀ ਗੁਰੂ ਦੇ ਸੀਸ ਨਿਵਾਏ ਉਸ ਸਿੰਘ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਦੀਦਾਰ ਕੀਤਾ ਤੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ ਹੈ। ਕਰਿਓ ਜ਼ੀਨ ਜਿਸ ਪਾਸ ਤੁਰੰਗਾ ਉਸ ਸਿੰਘ ਦੇ ਪਾਸ ਘੋੜਾ ਸੀ ਤੇ ਘੋੜੇ ਉੱਤੇ ਕਾਠੀ ਪਾਈ ਹੋਈ ਸੀ ਉਸਨੇ, ਵੀਰ ਵਿਚਾਰ ਚੰਪਲ ਫਲ ਸੰਗਾ ਤੇ ਬੜੀ ਤੇਜ਼ ਚਾਲ ਚੱਲਣ ਵਾਲਾ ਉਹ ਰਾਕੀ ਸੀ। ਉਹ ਘੋੜਾ ਸੀ ਬੜਾ ਚਪਲ ਚਲਾਕ ਚੁਸਤ ਤੇ ਬਲ ਦੇ ਸਹਿਤ ਹੈ ਸੀ। ਅਰਪਣ ਕਰਿਓ ਹਾਥ ਜੁਗ ਜੋਜੇ ਉਸ ਸਿੰਘ ਨੇ ਹੱਥ ਜੋੜ ਕੇ ਨਮਸਕਾਰ ਕਰਕੇ ਤੇ ਉਹ ਜਿਹੜਾ ਘੋੜਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤਾ ਕਿ ਮਹਾਰਾਜ ਆਪ ਜੀ ਇਸ ਘੋੜੇ ਦੇ ਉੱਤੇ ਸਵਾਰ ਹੋਵੋ। ਉਹ ਘੋੜਾ ਉਸਨੇ ਸਿੰਘ ਨੇ ਭੇਟ ਕੀਤਾ ਹੈ। ਪ੍ਰਭ ਤਬ ਅਰੋਹ ਕਰ ਝੂਲੇ ਉਸ ਪਿਆਰੇ ਸਿੰਘ ਦੇ ਬੇਨਤੀ ਕਰਨ ਤੋਂ ਮਹਾਰਾਜ ਸਾਹਿਬ ਜੀ ਨੇ ਉਹਦਾ ਭੇਟ ਕੀਤਾ ਹੋਇਆ ਘੋੜਾ ਪ੍ਰਵਾਨ ਕਰ ਲਿਆ ਹੈ ਤੇ ਸਤਿਗੁਰੂ ਜੀ ਉਸ ਘੋੜੇ ਉੱਤੇ ਅਸਵਾਰ ਹੋ ਗਏ। ਇੰਨਾ ਗ੍ਰਾਮ ਵਿੱਚ ਜਦ ਆਇਓ ਚਲਦਿਆਂ ਚਲਦਿਆਂ ਵੱਖ-ਵੱਖ ਥਾਵਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਠਹਿਰੇ ਹਨ, ਜਿੱਥੇ ਗੁਰੂ ਕੇ ਅਸਥਾਨ ਅੱਜ ਕੱਲ ਸ਼ੋਭਾ ਪਾਉਂਦੇ ਆ, ਆਲਮਗੀਰ ਤੋਂ ਆਦਿਕ ਹੋਰ। ਪਰ ਇੱਥੇ ਇਸ ਪ੍ਰਸੰਗ ਵਿੱਚ ਉਹ ਵੇਰਵਾ ਨਹੀਂ ਆਇਆ ਹੈ। ਐਸਾ ਵੀ ਹੋ ਸਕਦਾ ਹੈ ਕਿ ਜਿਸ ਵੇਲੇ ਕਵੀ ਜੀ ਨੇ ਇਹ ਇਤਿਹਾਸ ਲਿਖਿਆ ਹੈ ਉਸ ਮੌਕੇ ਦੇ ਉੱਤੇ ਉਹ ਅਸਥਾਨ ਜਿਹੜੇ ਹਨ ਉਹ ਪ੍ਰਗਟ ਨਾ ਹੋਏ ਹੋਣ, ਬਾਅਦ ਵਿੱਚ ਪ੍ਰਗਟ ਹੋਏ ਹੋਣ, ਕਿਉਂਕਿ ਕਈ ਅਸਥਾਨ ਮਹਾਰਾਜ ਸਾਹਿਬ ਜੀ ਦੇ ਸਮੇਂ ਦੇ ਨਾਲ ਬਾਅਦ ਵਿੱਚ ਵੀ ਪ੍ਰਗਟ ਹੋਏ ਆ ਸਾਧ ਸੰਗਤ ਗਰੀਬ ਨਵਾਜ ਸਾਹਿਬ ਜੀ ਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਠਹਿਰਦਿਆਂ ਹੋਇਆਂ ਫਿਰ ਜੋ ਦੀਨਾ ਨਾਮ ਦਾ ਪਿੰਡ ਹੈ ਨਾ, ਜੋ ਦੋ ਦੀਨਾ ਤੇ ਕਾਂਗੜ, ਜਿਹਨੂੰ ਦੀਨੇ ਕਾਂਗੜ ਕਿਹਾ ਜਾਂਦਾ ਹੈ, ਉਹ ਦੀਨੇ ਨਾਮ ਦੇ ਨਗਰ ਦੇ ਸਤਿਗੁਰੂ ਜੀ ਜਦੋਂ ਨੇੜੇ ਪਹੁੰਚੇ, ਉਹ ਨਗਰ ਨੇੜੇ ਆਇਆ। ਔਰ ਕਾਂਗੜ ਕੇ ਨਿਕਸ ਵਸਾਇਓ ਕਹਿੰਦੇ ਦੀਨਾ ਨਾਮ ਦਾ ਜਿਹੜਾ ਪਿੰਡ ਹੈ ਨਾ, ਇਹ ਕਾਂਗੜ ਦੇ ਵਿੱਚੋਂ ਹੀ ਨਿਕਲ ਕੇ ਵਸਿਆ ਹੈ, ਜਿਹਨੂੰ ਦੀਨਾ ਕਾਂਗੜ ਕਿਹਾ ਜਾਂਦਾ। ਕਾਂਗੜ ਦੇ ਵਿੱਚੋਂ ਨਿਕਲ ਕਰਕੇ ਹੀ ਦੀਨੇ ਨਾਮ ਦਾ ਨਗਰ ਵਸਿਆ ਹੈ। ਸ੍ਰੀ ਸਤਿਗੁਰ ਹਰਿਗੋਬਿੰਦ ਸੰਤ ਜਿਸ ਵੇਲੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਧਰ ਮਾਲਵੇ ਵਿੱਚ ਗਏ ਸੀ ਤੇ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਇਹ ਤੀਜਾ ਜੰਗ ਇੱਥੇ ਕੀਤਾ ਸੀ ਤੁਰਕਾਂ ਦੀ ਫੌਜ ਦੇ ਨਾਲ, ਮਿਲਿਓ ਜੋਧ ਸਿੱਖ ਭਾ ਸਰਬੰਗ ਤੇ ਉਸ ਵੇਲੇ ਇਹ ਦੀਨੇ ਕਾਂਗੜ ਦਾ ਸਿੱਖ, ਮਹਾਰਾਜ ਸਾਹਿਬ ਜੀ ਦਾ ਸਿੱਖ ਜੋ ਦੀਨੇ ਕਾਂਗੜ ਰਹਿੰਦਾ ਸੀ, ਰਾਏ ਜੋਧ ਜਿਸ ਦਾ ਨਾਮ ਸੀ, ਉਹ ਰਾਏ ਜੋਧ ਮਹਾਰਾਜ ਸਾਹਿਬ ਜੀ ਨੂੰ ਮਿਲਿਆ ਸੀ, ਗਰੀਬ ਨਵਾਜ ਛੇਵੇਂ ਪਾਤਸ਼ਾਹ ਜੀ ਨੂੰ। ਲਲਾ ਬੇਗ ਸੁਮਰਨ ਜਿਸ ਕਾਲ ਜਿਸ ਮੌਕੇ ਤੇ ਲੱਲਾ ਬੇਗ ਦੀ ਫੌਜ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੰਗ ਹੋਇਆ। ਜਦੋਂ ਸਾਧ ਸੰਗਤ ਜੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦਿਲਬਾਗ ਤੇ ਗੁਲਬਾਗ ਘੋੜੇ ਲਿਆਂਦੇ ਸੀ ਵਾਪਸ ਲਾਹੌਰ ਦੇ ਕਿਲੇ ਵਿੱਚੋਂ ਕੱਢ ਕੇ। ਪਹਿਲਾ ਘੋੜਾ ਲਿਆਂਦਾ ਸੀ ਘਾਈ ਬਣ ਕੇ, ਘਾਹ ਪਾਉਣ ਵਾਲਾ ਬਣ ਕੇ ਉੱਥੇ ਰਹਿ ਕੇ ਕਿਲੇ ਦੇ ਵਿੱਚ, ਤੇ ਦੂਜਾ ਘੋੜਾ ਲਿਆਂਦਾ ਸੀ ਉਸ ਵੇਲੇ ਨਜੂਮੀ ਬਣ ਕੇ, ਜੋਤਸ਼ੀ ਬਣ ਕੇ, ਵੀ ਮੈਂ ਦੱਸਦਾ ਤੁਹਾਨੂੰ ਤੁਹਾਡਾ ਕੌਣ ਲੈ ਕੇ ਗਿਆ ਘੋੜਾ ਖੋਲ ਕੇ। ਉਹ ਦੱਸਦਿਆਂ ਫਿਰ ਦੂਜਾ ਵੀ ਲੈ ਆਉਂਦਾ ਸੀ। ਤੇ ਮਹਾਰਾਜ ਸਾਹਿਬ ਜੀ ਦੇ ਘੋੜੇ, ਸੰਗਤ ਦੇ ਘੋੜੇ ਹੀ ਉਹਨਾਂ ਨੇ ਉਹ ਖੋ ਕੇ ਉੱਥੇ ਬੰਨੇ ਸੀ। ਉਹ ਦੋਵੇਂ ਘੋੜੇ ਜਦੋਂ ਦੂਜਾ ਲਿਆਂਦਾ ਸੀ ਤੇ ਆਉਂਦਿਆਂ ਫਿਰ ਸਾਰਿਆਂ ਨੂੰ ਦੱਸ ਕੇ ਆਏ ਸੀ ਵੀ ਮੇਰਾ ਨਾਮ ਜੇ ਬਿਧੀ ਚੰਦ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੇ ਮੈਂ ਸਿੱਖ। ਤੇ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਆ ਤੇ ਪਹਿਲਾ ਘੋੜਾ ਵੀ ਮੈਂ ਹੀ ਘਾਈ ਬਣ ਕੇ ਲੈ ਕੇ ਗਿਆ ਤੇ ਦੂਜਾ ਹੁਣ ਜੋਤਸ਼ੀ ਬਣ ਕੇ ਲੈ ਕੇ ਚੱਲਿਆ ਜੇ।
ਤੇ ਜੇ ਤਾਕਤ ਹੈ ਤੇ ਉੱਥੇ ਆ ਜਿਓ ਤੇ ਵਾਪਸ ਲੈ ਆਇਓ ਘੋੜੇ ਜੇ ਲਿਆਉਣੇ ਹੋਏ ਤੇ। ਉਸ ਵੇਲੇ ਦੱਸ ਕੇ ਬਾਬਾ ਜੀ ਆਏ ਸਨ ਤੇ ਫਿਰ 35,000 ਫੌਜ ਭੇਜੀ ਸੀ ਤੇ ਲੱਲਾ ਬੇਗ ਨੂੰ ਜਰਨੈਲ ਥਾਪ ਕੇ ਭੇਜਿਆ ਸੀ। ਉਹ ਠੰਡ ਦੀ ਰੁੱਤ ਸੀ। ਫਿਰ ਉਸ ਮੌਕੇ ਦੇ ਉੱਤੇ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਗੁਰਸਿੱਖਾਂ ਨੇ ਉਹ 35,000 ਫੌਜ ਦਾ ਮੁਕਾਬਲਾ ਕੀਤਾ ਸੀ ਉਸ ਮਾਲਵੇ ਦੇ ਇਲਾਕੇ ਦੇ ਵਿੱਚ। ਉਹਦਾ ਜ਼ਿਕਰ ਕਰ ਰਿਹਾ ਕਵੀ ਜੀ। ਕਹਿੰਦੇ ਵੀ ਜਿਸ ਵੇਲੇ ਲੱਲਾ ਬੇਗ ਦੇ ਨਾਲ ਜੰਗ ਹੋਇਆ ਸੀ ਉਹ ਬਹੁਤੀ ਫੌਜ ਲੈ ਕਰਕੇ ਲੜਿਆ ਸੀ ਮਹਾਰਾਜ 6ਵੇਂ ਪਾਤਸ਼ਾਹ ਦੇ ਨਾਲ। ਸ੍ਰੀ ਅਰਜਨ ਸਿੰਘ ਬਹੁਤ ਰਿਝਾਇਓ। ਉਸ ਮੌਕੇ ਤੇ ਰਾਏ ਜੋਧ ਨੇ ਬੜੀ ਸੇਵਾ ਕੀਤੀ ਸੀ ਸਤਿਗੁਰੂ ਜੀ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਸੰਨ ਕਰ ਲਿਆ ਸੀ। ਦੀਰਘ ਪਰਾਕਰਮ ਕਰ ਦਿਖਰਾਇਓ। ਉਸ ਜੰਗ ਦੇ ਵਿੱਚ 6ਵੇਂ ਪਾਤਸ਼ਾਹ ਜੀ ਦੀ ਤਰਫੋਂ ਲੱਲਾ ਬੇਗ ਦੀ ਫੌਜ ਦੇ ਨਾਲ ਬੜਾ ਵੱਡਾ ਬਲ ਕਰਕੇ ਇਹ ਲੜਿਆ ਸੀ ਰਾਏ ਜੋਧ। ਇਹਨੇ ਬਹੁਤ ਵੱਡਾ ਆਪਣਾ ਬਲ ਵਿਖਾਇਆ ਸੀ ਕਰਕੇ। ਹੁਣ ਜਦੋਂ ਦੀਨੇ ਨਗਰ ਦੇ ਨੇੜੇ ਪਹੁੰਚੇ ਆ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਸੇ ਰਾਏ ਜੋਧ ਦੇ ਜਿਹੜਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣਿਆ ਸੀ ਤੇ ਉਸ ਯੁੱਧ ਵਿੱਚ ਇਹਨੇ ਬੜੀ ਸੇਵਾ ਕੀਤੀ ਸੀ ਤੇ 6ਵੇਂ ਪਾਤਸ਼ਾਹ ਨੂੰ ਬਹੁਤ ਪ੍ਰਸੰਨ ਕੀਤਾ ਸੀ। ਉਸੇ ਰਾਏ ਜੋਧ ਦੇ 3 ਪੋਤਰੇ ਸਨ। ਇਹ ਕਾਂਗੜ ਨਗਰ ਦੇ ਵਿੱਚ ਤੇ ਫਿਰ ਦੀਨੇ ਨਗਰ ਵਿੱਚ, ਇਹਨਾਂ ਨਗਰਾਂ ਵਿੱਚ ਰਹਿ ਰਹੇ ਸਨ। ਇਹਦੇ ਇੱਕ ਪੋਤਰੇ ਦਾ ਨਾਮ ਸੀ ਸ਼ਮੀਰ ਤੇ ਦੂਸਰੇ ਦਾ ਨਾਮ ਸੀ ਭਾਈ ਲਖਮੀਰ ਤੇ ਤੀਸਰਾ ਪੋਤਰਾ ਸੀ ਰਾਏ ਜੋਧ ਦਾ ਭਾਈ ਤਖਤ ਮੱਲ, ਜਿਹੜਾ ਬੜਾ ਮੱਤ ਵਾਲਾ ਤੇ ਧੀਰਜ ਧਾਰੀ ਹੈ ਸੀ। ਤੇ ਇਹ ਬਹੁਤ ਵੱਡੇ ਉਸ ਵੇਲੇ, ਕਿਉਂਕਿ ਰਾਏ ਜੋਧ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਰਾਜਾ ਸੀ ਉਸ ਇਲਾਕੇ ਦਾ। ਉਹ ਵੱਡਾ ਸ਼ਾਹੂਕਾਰ ਸੀ, ਵੱਡਾ ਕਾਰੋਬਾਰ ਸੀ। ਇਸੇ ਤਰ੍ਹਾਂ ਇਹਨਾਂ ਦਾ ਵੀ ਵੱਡਾ ਕਾਰੋਬਾਰ। ਤਾਂ ਇਹਨਾਂ ਤਿੰਨਾਂ ਦਾ ਹੀ ਭਾਈ ਸ਼ਮੀਰ ਦਾ, ਲਖਮੀਰ ਦਾ, ਤਖਤ ਮੱਲ ਦਾ, ਨੇੜੇ ਨੇੜੇ ਦੇ ਜਿੰਨੇ ਪਿੰਡ ਸੀ ਨਾ, ਗਣ ਕਹੀਏ ਸਮੂਹ, ਬਹੁਤੇ ਜਿਹੜੇ ਨਗਰ ਸੀ, ਉਹ ਸਾਰੇ ਇਹਨਾਂ ਦਾ ਹੁਕਮ ਮੰਨਦੇ ਸਨ। ਕਿਉਂਕਿ ਜਿੰਨੇ ਜ਼ਿਮੀਂਦਾਰ ਉਹਨਾਂ ਪਿੰਡਾਂ ਵਿੱਚ ਵਸਦੇ ਸੀ ਉਹ ਇਹਨਾਂ ਨੂੰ ਸਾਰਿਆਂ ਨੂੰ, ਇਹਨਾਂ ਤਿੰਨਾਂ ਨੂੰ ਆਪਣੇ ਨਾਲੋਂ ਵੱਡੇ ਜ਼ਿਮੀਂਦਾਰ ਮੰਨਦੇ ਸੀ ਕਿ ਇਹ ਵੱਡੇ ਆ ਸਾਡੇ ਨਾਲੋਂ, ਇਹ ਸਿਆਣੇ ਸੂਝਵਾਨ ਤੇ ਇਹ ਕਾਰੋਬਾਰ ਦੇ ਵਿੱਚ ਵੀ ਵੱਡੇ ਹਨ। ਉਸ ਮੌਕੇ ਤੇ ਇਹਨਾਂ ਤਿੰਨਾਂ ਦੇ ਪਾਸ ਇੱਕ ਆਦਮੀ ਗਿਆ ਹੈ। ਉਸਨੇ ਮਹਾਰਾਜ ਸਾਹਿਬ ਜੀ ਨੂੰ ਵੇਖ ਲਿਆ, ਦਰਸ਼ਨ ਕਰ ਲਏ ਤੇ ਗੁਰੂ ਸਾਹਿਬ ਜੀ ਦਾ ਰੁਖ ਜਾਣਿਆ ਵੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਇਧਰ ਨੂੰ ਜਾ ਰਹੇ ਇਹਨਾਂ ਪਿੰਡਾਂ ਵੱਲ ਨੂੰ। ਇਸ ਕਰਕੇ ਉਹਨੇ ਇਹਨਾਂ ਤਿੰਨਾਂ ਦੇ ਪਾਸ ਪਹਿਲਾਂ ਪਹੁੰਚਣਾ ਕੀਤਾ। ਤਾਂ ਉਸਨੇ ਸਾਰੀ ਜਿਹੜੀ ਖਬਰ ਹੈ ਨਾ ਉਹ ਇਹ ਰਾਏ ਜੋਧ ਦੇ ਤਿੰਨਾਂ ਪੋਤਰਿਆਂ ਨੂੰ ਸੁਣਾ ਦਿੱਤੀ ਜਾ ਕੇ ਵੀ ਜਿਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤੇ ਤੁਰਕਾਂ ਦੇ ਨਾਲ ਜੰਗ ਕੀਤੇ ਹਨ ਆਨੰਦਪੁਰ ਸਾਹਿਬ ਦੇ ਵਿੱਚ, ਤੇ ਫਿਰ ਚਮਕੌਰ ਦੀ ਧਰਤੀ ਤੇ 8 ਪੋਹ ਨੂੰ ਬੜਾ ਵੱਡਾ ਜੰਗ ਕੀਤਾ। ਸ੍ਰੀ ਹਰਿਗੋਬਿੰਦ ਸਿੰਘ ਆਏ, ਸ੍ਰੀ ਗੁਰੂ ਗੋਬਿੰਦ ਸਿੰਘ ਆਏ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਧਰ ਨੂੰ ਆ ਰਹੇ ਹਨ, ਘੋੜੇ ਤੇ ਸਵਾਰ ਹੋਏ। ਉਸ ਗੁਰੂ ਜੀ ਦੇ ਦਰਸ਼ਨ ਕਰਨ ਵਾਲੇ ਆਦਮੀ ਨੇ ਰਾਏ ਜੋਧ ਦੇ ਤਿੰਨਾਂ ਪੋਤਰਿਆਂ ਨੂੰ ਦੱਸਿਆ ਵੀ ਆਪਣੇ ਪਿੰਡ ਵੱਲ ਨੂੰ ਆ ਰਹੇ ਆ ਗੁਰੂ ਗੋਬਿੰਦ ਸਿੰਘ, ਘੋੜੇ ਤੇ ਸਵਾਰ ਵਾ ਤੇ ਕੁਝ ਸਿੱਖ ਵਾ ਉਹਨਾਂ ਦੇ ਨਾਲ, 3 ਕੁ ਸਿੱਖ, ਤੇ ਮਹਾਰਾਜ ਸਾਹਿਬ ਜੀ ਇਧਰ ਨੂੰ ਆ ਰਹੇ ਹਨ। ਤੇ ਇਹ ਨਹੀਂ ਪਤਾ ਵੀ ਉਹਨਾਂ ਨੇ ਕਿਹੜੇ ਪਿੰਡ ਨੂੰ ਜਾਣਾ ਹੈ, ਕੌਣ ਜਾਣੇ ਵੀ ਕਿਹੜੇ ਨਗਰ ਨੂੰ ਜਾਣਗੇ ਤੇ ਕਿਹੜੇ ਜ਼ਿਮੀਂਦਾਰ ਸ੍ਰੇਸ਼ਟ ਦੇ ਘਰ ਦੇ ਵਿੱਚ ਉਹ ਜਾ ਕੇ ਉਤਾਰਾ ਕਰਨਗੇ। ਵੀ ਜਿਹਦੇ ਘਰ ਵਿੱਚ ਮਹਾਰਾਜ ਨੇ ਉਤਾਰਾ ਕਰਨਾ ਉਹਨੂੰ ਸ੍ਰੇਸ਼ਟ ਤਾਂ ਬਣਾ ਹੀ ਦੇਣਾ ਹੈ ਕਿ ਉੱਥੇ ਉਹ ਭਾਗਾਂ ਵਾਲਾ ਹੀ ਹੈ ਜਿੱਥੇ ਮਹਾਰਾਜ ਉਤਰਨਗੇ ਜਾ ਕੇ। ਪਤਾ ਨਹੀਂ ਹੁਣ ਕਿਹਦੇ ਘਰੇ ਜਾਣਗੇ। ਉਸ ਆਦਮੀ ਨੇ ਆਖਿਆ ਭਾਈ ਸ਼ਮੀਰ, ਭਾਈ ਲਖਮੀਰ, ਭਾਈ ਤਖਤ ਮੱਲ ਜੀ, ਤੁਸੀਂ ਇਸ ਇਲਾਕੇ ਦੇ ਆਗੂ ਹੋ ਤੇ ਨਾਲੇ ਤੁਸੀਂ ਗੁਰੂ ਘਰ ਦੇ ਸ਼ਰਧਾਲੂ ਹੋ ਤੇ ਤੁਹਾਨੂੰ ਅਗਲਵਾਂਢੀ ਜਾਣਾ ਚਾਹੀਦਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ।
ਤੁਹਾਨੂੰ ਅੱਗਿਓਂ ਦੀ ਜਾਣਾ ਚਾਹੀਦਾ। ਗੁਰੂ ਸਾਹਿਬ ਜੀ ਆ ਰਹੇ, ਪਤਾ ਨਹੀਂ ਉਹ ਕਿਹੜੇ ਨਗਰ ਵਿੱਚ ਜਾਣ, ਕਿਹੜੇ ਜ਼ਿਮੀਂਦਾਰ ਦੇ ਘਰੇ ਜਾਣ, ਪਰ ਤੁਹਾਡਾ ਫਰਜ਼ ਬਣਦਾ ਤੁਸੀਂ ਅੱਗੋਂ ਦੀ ਜਾ ਕੇ ਮਿਲੋ। ਲਿਖਸੋ ਗਾਉ ਮਗ ਪਦ ਜਾਣੇ ਪੂਰਨ ਮਿਲੋ ਜਾਏ ਨਰ ਸਮੁਦਾਈ। ਤੁਸੀਂ ਆਪਣੇ ਆਦਮੀ ਸਮੂਹ ਨਾਲ ਲੈ ਕਰਕੇ ਗੁਰੂ ਸਾਹਿਬ ਜੀ ਨੂੰ ਜਾ ਕੇ ਮਿਲਣਾ ਕਰੋ। ਸੁਣਤ ਸ਼ਮੀਰ ਭਰਾਤ ਲਖਮੀਰ। ਜਦੋਂ ਇਹ ਗੱਲ ਸੁਣੀ ਨਾ ਭਾਈ ਸ਼ਮੀਰ ਨੇ ਤੇ ਉਹਦੇ ਭਰਾ ਲਖਮੀਰ ਜੀ ਨੇ, ਪੂਰਨ ਪਿਆਰ ਭਏ ਮਨ ਧੀਰ। ਉਹ ਮਤ ਦੇ ਧੀਰਜ ਧਾਰੀ ਉਸੇ ਵੇਲੇ ਤਿਆਰ ਹੋ ਗਏ ਵੀ ਹਾਂ 10ਵੇਂ ਪਾਤਸ਼ਾਹ ਜੀ ਆ ਰਹੇ ਆ ਇਧਰ ਨੂੰ, ਤੇ ਸਾਨੂੰ ਅੱਗੋਂ ਦੀ ਜਾਣਾ ਚਾਹੀਦਾ ਹੈ। ਨਰ ਸਕੇਲ ਕੀਰਤਿਕ ਸੰਗ ਲੀਨੇ। ਆਪਣੇ ਨਗਰ ਦੇ ਕਿੰਨੇ ਆਦਮੀਆਂ ਨੂੰ ਕਹਿ ਕਰਕੇ ਆਵਾਜ਼ਾਂ ਮਾਰ ਕੇ ਨਾਲ ਲੈ ਲਿਆ, ਆਓ ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਆਪਣੇ ਪਿੰਡ ਵੱਲ ਨੂੰ, ਤੇ ਆਓ ਅੱਗੋਂ ਦੀ ਚੱਲੀਏ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ, ਮਹਾਰਾਜ ਨੂੰ ਨਮਸਕਾਰ ਕਰੀਏ, ਦਰਸ਼ਨ ਕਰੀਏ ਤੇ ਅਗਲਵਾਂਢੀ ਹੋ ਕੇ ਲੈ ਕੇ ਆਈਏ। ਇਸ ਅਗਾਉ ਮਗ ਪਾਪ ਜਾਣੇ। ਇਸ ਤਰ੍ਹਾਂ ਆਪਣੇ ਘਰਾਂ ਚੋਂ ਨਿਕਲ ਕਰਕੇ ਹੋਰ ਲੋਕਾਂ ਨੂੰ, ਨਗਰ ਵਾਲਿਆਂ ਨੂੰ ਨਾਲ ਲੈ ਕੇ ਇਹ ਤਿੰਨੇ ਭਰਾ ਅੱਗੋਂ ਦੀ ਚੱਲ ਪਏ। ਓਏ ਕੋਸ ਆਗੇ ਚਲੇ ਆਏ। 2 ਕੋ ਅੱਗੇ ਚਲੇ ਗਏ ਮਹਾਰਾਜ ਸਾਹਿਬ ਜੀ ਨੂੰ ਮਿਲਣ ਵਾਸਤੇ। ਆਪਣੇ ਪਿੰਡ ਚੋਂ ਨਿਕਲ ਕੇ ਤੇ 2 ਕੋ ਵਾਟ ਤੈਅ ਕਰਕੇ ਜਿੱਥੇ ਕਲਗੀਧਰ ਪਾਤਸ਼ਾਹ ਆ ਰਹੇ ਸੀ ਉੱਥੇ ਪਹੁੰਚ ਗਏ। ਨਾਨਾ ਵਸਤੂ ਪਾਇਣ ਜਾਏ। ਇਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਵੀ ਹੱਥਾਂ ਵਿੱਚ ਲਈਆਂ ਹੋਈਆਂ, ਜਿੰਨੇ ਨਾਲ ਗਏ ਉਹਨਾਂ ਨੇ ਵੀ ਭੇਟਾਵਾਂ ਅਰਪਣ ਵਾਸਤੇ ਲਈਆਂ ਹੋਈਆਂ। ਕਟੇ ਤੁਰੰਗਮ ਆਵਤ ਆਗੇ। ਇਸ ਤਰ੍ਹਾਂ ਘੋੜਿਆਂ ਤੇ ਸਵਾਰ ਹੋ ਕਰਕੇ ਅਗਲਵਾਂਢੀ ਹੋ ਕੇ ਆਏ। ਤਨ ਪਹਿਰੇ ਨੀਲਾਂਬਰ ਬਾਗੇ। ਤਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਘੋੜੇ ਤੇ ਸਵਾਰ ਹਨ ਤੇ ਮਹਾਰਾਜ ਸਾਹਿਬ ਜੀ ਨੇ ਨੀਲੇ ਵਸਤਰ ਪਹਿਨੇ ਹੋਏ ਆਪਣੇ ਪਵਿੱਤਰ ਸਰੀਰ ਤੇ। ਪੂਰਨ ਨਿਕਟ ਹੋਏ ਕਰ ਬੰਦੇ। ਇਹ ਛੇਤੀ ਨਾਲ ਮਹਾਰਾਜ ਦੇ ਨੇੜੇ ਪਹੁੰਚੇ ਆ। ਇਹਨਾਂ ਨੇ ਜਾ ਕਰਕੇ ਤੇ ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਬੰਦੇ ਸੁੰਦਰ ਅਰ ਪਦ ਅਰ ਬਿੰਦੇ। ਸਤਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਉੱਤੇ ਇਹਨਾਂ ਨੇ ਸਿਰ ਰੱਖ ਕੇ ਮੱਥਾ ਟੇਕਿਆ। ਸਹਿਤ ਰਕਾਬ ਸਪਰਸ਼ਨ ਕਰੇ। ਸਤਿਗੁਰੂ ਜੀ ਘੋੜੇ ਤੇ ਸਵਾਰ ਸੀ ਨਾ, ਤੇ ਮਹਾਰਾਜ ਦੇ ਚਰਨ ਰਕਾਬਾਂ ਦੇ ਵਿੱਚ ਰੱਖੇ ਹੋਏ ਸੀ। ਘੋੜੇ ਦੇ ਜਿੱਥੇ ਪੈਰ ਰੱਖੀਦੇ ਆ, ਚਰਨ ਰੱਖੀਦੇ ਰਕਾਬਾਂ ਦੇ ਵਿੱਚ, ਉੱਥੇ ਚਰਨ ਰੱਖੇ ਹੋਏ ਮਹਾਰਾਜ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਗਰੀਬ ਨਿਵਾਜ ਨੇ, ਇਹਨਾਂ ਨੇ ਮਹਾਰਾਜ ਸਾਹਿਬ ਜੀ ਦੇ ਉੱਥੇ ਹੀ ਚਰਨਾਂ ਉੱਤੇ ਸੀਸ ਰੱਖਿਆ, ਉੱਥੇ ਹੀ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਸਪਰਸ਼ ਕੀਤਾ। ਰਕਾਬ ਦੇ ਸਹਿਤ ਹੀ ਮਹਾਰਾਜ ਸਾਹਿਬ ਜੀ ਦੇ ਜਿਹੜੇ ਚਰਨ ਵਾ ਉਹ ਸਪਰਸ਼ ਕੀਤੇ। ਨੰਬਰੀ ਬਨ ਬਨ ਸਿਰ ਨਿਜ ਧਰੇ। ਹੱਥ ਜੋੜ ਕੇ ਨਿਮਰਤਾ ਸਹਿਤ ਹੋ ਕੇ ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਉੱਤੇ ਇਹਨਾਂ ਨੇ ਵਾਰੋ ਵਾਰੀ ਸਿਰ ਰੱਖੇ। ਕੁਸ਼ਲ ਪ੍ਰਸ਼ਨ ਦਿਨ ਪ੍ਰਭ ਗੁਰ ਕਹਿਓ। ਫਿਰ ਸਤਿਗੁਰੂ ਜੀ ਨੇ ਇਹਨਾਂ ਨੂੰ ਰਾਜੀ ਖੁਸ਼ੀ ਪੁੱਛੀ। ਗਰੀਬ ਨਵਾਜ ਕਹਿਣ ਲੱਗੇ, ਸਿੱਖੋ ਰਾਜੀ ਖੁਸ਼ੀ ਹੋ? ਜਿਵੇਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਆ ਤੇ ਹਾਲ ਚਾਲ ਪੁੱਛੀਦਾ ਹੈ, ਤਾਂ ਮਹਾਰਾਜ ਸਾਹਿਬ ਜੀ ਨੇ ਉਹ ਹਾਲ ਚਾਲ ਪੁੱਛਿਆ, ਰਾਜੀ ਖੁਸ਼ੀ ਪੁੱਛੀ ਇਹਨਾਂ ਨੂੰ ਗਰੀਬ ਨਵਾਜ ਸਾਹਿਬ ਜੀ ਨੇ। ਕਿਰਪਾ ਕੀ ਸਭ ਸੁਖ ਰਹਿਓ। ਇਹਨਾਂ ਨੇ ਆਖਿਆ ਕਿ ਮਹਾਰਾਜ ਆਪ ਜੀ ਦੀ ਕਿਰਪਾ ਹੈ, ਆਪ ਜੀ ਦੀ ਕਿਰਪਾ ਨਾਲ ਸਾਰੇ ਸੁੱਖ ਲਏ ਹਨ। ਪ੍ਰਭ ਜੀ ਚਲੀਐ ਧਾਮ ਹਮਾਰੇ। ਫਿਰ ਬੇਨਤੀ ਕੀਤੀ ਕਿ ਪ੍ਰਭੂ ਜੀ ਆਪ ਕਿਰਪਾ ਕਰੋ, ਸਾਡੇ ਘਰ ਚੱਲੋ। ਰਹੋ ਸ਼ਮ ਤਨ ਤੇ ਦੇਵਤਾ ਜੀ। ਮਹਾਰਾਜ ਤੁਸੀਂ ਲੰਮਾ ਪੈਂਡਾ ਤੈਅ ਕਰਕੇ ਆਏ ਹੋ, ਆਪ ਜੀ ਦੇ ਸਰੀਰ ਨੂੰ ਥਕੇਵਾਂ ਹੋਇਆ ਹੋਵੇਗਾ, ਘਰੇ ਚੱਲੋ ਤੇ ਆਪ ਜੀ ਆਪਣੇ ਸਰੀਰ ਦਾ ਥਕੇਵਾਂ ਲਾ ਲਵੋ। ਪਾਵਨ ਕਰੋ ਗ੍ਰਾਮ ਗਨ ਧਾਮ। ਮਹਾਰਾਜ ਨਾਲੇ ਘਰ ਨੂੰ ਪਵਿੱਤਰ ਕਰੋ, ਨਾਲੇ ਸਾਡਾ ਨਗਰ ਪਵਿੱਤਰ ਹੋ ਜਾਵੇਗਾ। ਘਰ ਵੀ ਤੇ ਸਮੂਹ ਨਗਰ ਵੀ ਮਹਾਰਾਜ ਆਪ ਜੀ ਦੇ ਚਰਨ ਪਾਉਣ ਦੇ ਨਾਲ ਇਹ ਦੀਨਾ ਪਵਿੱਤਰ ਹੋ ਜਾਵੇਗਾ। ਸਿੱਖ ਕਦੀਮੀ ਹਮ ਪਾਪ ਸੰਤ। ਅਸੀਂ ਮਹਾਰਾਜ ਮੁੱਢ ਕਦੀਮ ਦੇ ਪੀੜੀ ਦਰ ਪੀੜੀ ਆਪ ਜੀ ਦੇ ਸਿੱਖ ਹਾਂ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ। ਸਾਡੇ ਪਿਤਾ ਜੀ ਵੀ, ਸਾਡੇ ਪਿਤਾਮਾ ਦਾਦਾ ਜੀ ਵੀ, ਰਾਏ ਜੋਧ ਜੀ ਆਪ ਜੀ ਦੇ ਦਾਦਾ ਸਤਿਗੁਰੂ ਜੀ ਦੇ ਸੇਵਕ ਸਨ। ਗੁਰੂ ਪ੍ਰਸੰਨ ਹੋਏ ਦੁਖ ਦਹੇ। ਤੇ ਗੁਰੂ ਸਾਹਿਬ ਛੇਵੇਂ ਪਾਤਸ਼ਾਹੀ ਨੇ ਪ੍ਰਸੰਨ ਹੋ ਕੇ ਸਾਡੇ ਦੁਖੜੇ ਸਾੜ ਦਿੱਤੇ, ਦੁਖੜੇ ਦੂਰ ਕਰ ਦਿੱਤੇ। ਸੁਨ ਸਿੱਖਨ ਤੇ ਕਿਰਪਾ ਨਿਧਾਨ। ਇਹਨਾਂ ਆਪਣੇ ਸਿੱਖਾਂ ਤੋਂ ਕਿਰਪਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰੇਮ ਦੀਆਂ ਬੇਨਤੀਆਂ ਸੁਣ ਕਰਕੇ ਹੇਤ
ਏਕ ਸਚੇਤੀ ਬਾਪ ਬਖਾਨਾ। ਇਹਨਾਂ ਨੂੰ ਮਹਾਰਾਜ ਸਾਹਿਬ ਜੀ ਸੁਚੇਤ ਕਰਨ ਵਾਸਤੇ, ਸਾਵਧਾਨ ਕਰਨ ਵਾਸਤੇ ਬਚਨ ਕੀਤਾ। ਕਨ ਸੰਗ ਹਮਾਰੋ ਬਾਦਾ। ਮਹਾਰਾਜ ਕਹਿੰਦੇ ਗੁਰਸਿੱਖੋ, ਸਾਡਾ ਤੁਰਕਾਂ ਦੇ ਨਾਲ ਝਗੜਾ ਚੱਲਦਾ ਪਿਆ ਹੈ। ਪਰੇ ਅਜਿਤ ਸੰਗਰਾਮ ਬਖਾਦਾ। ਇਹ ਬਹੁਤ ਜ਼ਿਆਦਾ ਜੰਗ ਯੁੱਧ ਜਿਹੜੇ ਤੇ ਬਹੁਤ ਵਿਖਾਦ ਹੋਇਆ, ਉਪਦਰ ਹੋਇਆ ਹੈ। ਸੋ ਹਰ ਤੁਮ ਹੋ ਤਿਨ ਰਈਅਤ। ਤੇ ਉਹ ਤੁਰਕ ਹਾਕਮ ਵਾ, ਤੇ ਤੁਸੀਂ ਭਾਈ ਉਹਨਾਂ ਹਾਕਮਾਂ ਦੀ ਪ੍ਰਜਾ ਹੋ, ਤੁਸੀਂ ਰਈਅਤ ਹੋ। ਦਰਹੁ ਨਾ ਪੁੱਛ ਕਰ ਅਜ ਪ੍ਰਤਿਮਯਤ। ਤੇ ਤੁਸੀਂ ਬਹੁਤ ਆਪਣੀ ਸੈਨਾ ਲੈ ਕਰਕੇ ਚੰਗੀ ਤਰ੍ਹਾਂ ਜੰਮ ਕੇ ਉਹਨਾਂ ਦਾ ਮੁਕਾਬਲਾ ਨਹੀਂ ਕਰੋਗੇ। ਸਾਡੇ ਪੱਖ ਵਿੱਚ ਹੋ ਕਰਕੇ ਤੁਸੀਂ ਤੁਰਕਾਂ ਨਾਲ, ਹਾਕਮਾਂ ਦੇ ਨਾਲ ਲੜਾਈ ਨਹੀਂ ਕਰੋਗੇ, ਕਿਉਂਕਿ ਉਹ ਹਾਕਮ ਵਾ, ਤੁਸੀਂ ਉਹਨਾਂ ਦੀ ਰਈਅਤ ਹੋ, ਪ੍ਰਜਾ ਹੋ। ਕਰੋ ਤਰਾਸ ਮਹਿ ਬਲ ਸੰਸਾਰੋ। ਤੁਸੀਂ ਡਰ ਜਾਓਗੇ ਤੇ ਆਪਣੀ ਤਾਕਤ, ਆਪਣਾ ਬਲ ਨਹੀਂ ਸੰਭਾਲੋਗੇ। ਹਮ ਕੋ ਨਿਜ ਸਦਨ ਉਤਾਰੋ। ਇਸ ਕਰਕੇ ਭਾਈ ਸਾਨੂੰ ਆਪਣੇ ਘਰ ਤੁਸੀਂ ਕਿਵੇਂ ਉਤਾਰਾ ਕਰਵਾ ਸਕੋਗੇ? ਸਾਨੂੰ ਆਪਣੇ ਘਰੇ ਰੱਖਣ ਦਾ ਮਤਲਬ ਸਿੱਧਾ ਸਿੱਧਾ ਵਾ ਕਿ ਹਾਕਮਾਂ ਦੇ ਨਾਲ ਟੱਕਰ ਲੈਣੀ, ਤੁਰਕਾਂ ਦੀ ਫੌਜ ਦੇ ਨਾਲ ਜੰਗ ਯੁੱਧ ਕਰਨਾ। ਤੇ ਜੇ ਤੇ ਕਰ ਸਕੋਗੇ ਤੇ ਲੈ ਜਾਓ ਆਪਣੇ ਘਰੇ। ਇਸ ਕਰਕੇ ਗਰੀਬ ਨਵਾਜ ਕਹਿੰਦੇ ਤੁਸੀਂ ਤਾਂ ਡਰੋਗੇ, ਤੁਸੀਂ ਤਾਂ ਮੁਕਾਬਲਾ ਨਹੀਂ ਕਰੋਗੇ। ਸੁਣ ਕਰ ਜੋਰ ਸਰਬ ਤੁਨ ਕਹੈ। ਫਿਰ ਹੱਥ ਜੋੜ ਕੇ ਇਹਨਾਂ ਤਿੰਨਾਂ ਨੇ ਆਖਿਆ, ਆਪ ਰਾਵਰ ਕੀ ਸ਼ਰਣੀ ਹੈ। ਮਹਾਰਾਜ ਅਸੀਂ ਤਾਂ ਆਪ ਜੀ ਦੀ ਸ਼ਰਨ ਵਿੱਚ ਹਾਂ। ਕਿਰਪਾ ਕਰੋ ਹੋਏ ਸਗਨ ਪਵਿੱਤਰਾ। ਗਰੀਬ ਨਵਾਜ ਕਿਰਪਾ ਕਰੋ, ਘਰੇ ਚਰਨ ਪਾਓ, ਸਾਡਾ ਘਰ ਪਵਿੱਤਰ ਹੋ ਜਾਵੇ। ਤੁਮ ਚਿਤਰ ਹੈ ਚਿਤਰ ਬਚਿਤਰਾ। ਮਹਾਰਾਜ ਆਪ ਜੀ ਦੇ ਕੌਤਕ ਤੇ ਅਚਰਜ ਹਨ, ਅਨੋਖੇ ਹੀ ਹਨ। ਪੁੱਛਤੈ ਕਿ ਹਮ ਦਾਸ ਤੁਮਾਰੇ। ਅਸੀਂ ਤਾਂ ਪੀੜ੍ਹੀ ਦਰ ਪੀੜ੍ਹੀ ਪੁਸ਼ਤਾਂ ਤੋਂ ਆਪ ਜੀ ਦੇ ਦਾਸ ਹਾਂ, ਸਿੱਖ ਹਾਂ। ਮਿਲਣ ਆਪ ਸੋ ਕਿਸ ਡਰ ਧਾਰੀਏ। ਮਹਾਰਾਜ ਆਪ ਜੀ ਦੇ ਨਾਲ ਮਿਲਣਾ ਤੇ ਅਸੀਂ ਕਿਸੇ ਦਾ ਕੀ ਡਰ ਧਾਰਨ ਕਰਾਂਗੇ? ਸਾਨੂੰ ਨਹੀਂ ਕਿਸੇ ਹਾਕਮ ਦਾ ਡਰ। ਅਸੀਂ ਤੇ ਮਹਾਰਾਜ ਆਪ ਜੀ ਨੂੰ ਆਪਣੇ ਘਰੇ ਖੜਾਂਗੇ, ਅਸੀਂ ਆਪ ਜੀ ਦੇ ਨਾਲ ਮੇਲ ਮਿਲਾਪ ਰੱਖਾਂਗੇ। ਗੁਰੂ ਸਿੱਖਨ ਸੋ ਮੇਲ ਹਮੇਸ਼। ਮਹਾਰਾਜ ਗੁਰੂ ਸਾਹਿਬ ਆਪ ਜੀ ਦਾ ਸਾਡੇ ਨਾਲ ਹਮੇਸ਼ਾ ਮੇਲ ਹੈ, ਆਪਣੇ ਸਿੱਖਾਂ ਨਾਲ। ਫਰਜ਼ ਸਕ ਹੈ ਅਸ ਕੌਣ ਵਿਸ਼ੇਸ਼। ਐਸਾ ਕੌਣ ਡਾਢਾ ਹੈ, ਐਸਾ ਕੌਣ ਵਿਸ਼ੇਸ਼ ਵਿਅਕਤੀ ਹੈ ਜਿਹੜਾ ਗੁਰੂ ਤੇ ਸਿੱਖਾਂ ਦੇ ਮੇਲ ਨੂੰ ਵਰਜ ਸਕੇ, ਰੋਕ ਸਕੇ? ਕੋਈ ਨਹੀਂ ਰੋਕ ਸਕਦਾ ਸਾਡਾ ਤੁਹਾਡਾ ਮੇਲ। ਬਹੁ ਸ਼ਰਧਾ ਹਮਾਰੀ। ਮਹਾਰਾਜ ਸਾਡੀ ਸ਼ਰਧਾ ਹੈ, ਕਿਰਪਾ ਕਰੋ, ਘਰੇ ਚਰਨ ਪਾਓ, ਸਾਡੀ ਸ਼ਰਧਾ ਪੂਰੀ ਕਰੋ। ਕਿਰਪਾ ਦੁੰਦ ਬਿਦਾਰੀ। ਤੁਸੀਂ ਕਿਰਪਾਲੂ ਹੋ, ਸਮੂਹ ਮਹਾਰਾਜ ਦੁੰਦਵਾਦ ਨੂੰ, ਦੁੱਖਾਂ ਨੂੰ ਨਾਸ ਕਰਨ ਵਾਲੇ ਹੋ। ਜੇ ਇਨ ਸਮਾਂ ਆਣ ਹੀ ਬਣੈ। ਪਰ ਸਤਿਗੁਰੂ ਜੀ ਜੇ ਇਸ ਤਰ੍ਹਾਂ ਦਾ ਸਮਾਂ ਆਣ ਹੀ ਬਣਿਆ ਵੀ ਜੇ ਤੁਰਕ ਚੜ ਕੇ ਆ ਹੀ ਗਏ, ਤੁਰਕਾਂ ਨਾਲ ਸਾਨੂੰ ਮੁਕਾਬਲਾ ਕਰਨਾ ਹੀ ਪੈ ਗਿਆ, ਸੰਗ ਆਪ ਤੇ ਹੋਏ ਨਿਪਹਨੈ। ਤੇ ਅਸੀਂ ਆਪ ਜੀ ਦੇ ਨਾਲ ਖਲੋਵਾਂਗੇ ਮਹਾਰਾਜ, ਸਾਥ ਨਹੀਂ ਛੱਡਾਂਗੇ। ਆਪ ਜੀ ਦੇ ਨਾਲ ਹੋ ਕਰਕੇ ਜ਼ਾਲਮ ਤੁਰਕਾਂ ਦੀ ਫੌਜ ਨੂੰ ਨਾਸ ਕਰਾਂਗੇ। ਮੈਂ ਰਾਵ ਨੂੰ ਜਾਗੈ ਸੰਗ। ਅਸੀਂ ਆਪ ਜੀ ਦਾ ਸਾਥ ਕਦੀ ਨਹੀਂ ਛੱਡਾਂਗੇ। ਤੁਰਕਨ ਸੰਗ ਕਰੈ ਜੰਗ। ਅਸੀਂ ਵੀ ਮਹਾਰਾਜ ਜਿਵੇਂ ਤੁਸੀਂ ਕਰੋਗੇ ਉਸੇ ਤਰ੍ਹਾਂ ਤੁਰਕਾਂ ਦੇ ਨਾਲ ਆਪ ਜੀ ਦੀ ਤਰਫੋਂ ਜੰਗ ਕਰਾਂਗੇ। ਆਦਿਕ ਬਿਨਤੀ ਸੁਨ ਕਾਨ। ਇਸ ਤੋਂ ਆਦਿਕ ਭਾਈ ਸ਼ਮੀਰ, ਭਾਈ ਲਖਮੀਰ, ਭਾਈ ਤਖਤਮਲ, ਇਹਨਾਂ ਤਿੰਨਾਂ ਦੀ ਬੇਨਤੀ ਸੁਣ ਕਰਕੇ ਗੁਰੂ ਗਰੀਬ ਨਿਵਾਜ ਸੁਜਾਨ। ਸਿਆਣੇ ਜਾਨੀ ਜਾਣ, ਗਰੀਬਾਂ ਨੂੰ ਨਵਾਜਣ ਵਾਲੇ ਕਲਗੀਧਰ ਪਾਤਸ਼ਾਹ ਜੀ ਚਲੇ ਸੰਗ ਤਿਨ ਕਹਿਬੋ ਮਾਨਿਆ। ਇਹਨਾਂ ਦਾ ਕਹਿਣਾ ਬੇਨਤੀ ਰੂਪ ਵਿੱਚ ਮੰਨ ਕਰਕੇ ਨਾਲ ਚੱਲੇ। ਛੈ ਪੁਰਜਨ ਪੁੰਜ ਪਖਾਨਿਓ। ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ ਆ। ਪਿੱਛੇ ਨਗਰ ਦੇ ਸਮੂਹ ਲੋਕ ਜਿਹੜੇ ਹਨ, ਜਿੰਨੇ ਨਾਲ ਆਏ ਸੀ ਇਹਨਾਂ ਤਿੰਨਾਂ ਦੇ, ਉਹ ਵੀ ਪਿੱਛੇ ਪਿੱਛੇ ਜਾ ਰਹੇ ਹਨ। ਪਹੁੰਚੇ ਗ੍ਰਾਮ ਵਿਖੇ ਸਤ ਜਾਏ। ਸਤਿਗੁਰੂ ਦੀਨੇ ਨਗਰ ਵਿੱਚ ਪਹੁੰਚ ਗਏ ਹਨ। ਹਰਨਾਰੀ ਦਰਸ਼ਨ ਕਉ ਪਾਏ। ਦੀਨੇ ਨਗਰ ਦੇ ਮਾਈ ਭਾਈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲੱਗੇ। ਕਾਚੇ ਸੜਕ ਹੁੰਦੇ ਸਭ ਤੇਰੇ। ਉਹਨਾਂ ਦਿਨਾਂ ਵਿੱਚ ਕੱਚੇ ਘਰ ਸੀ, ਸਾਰੇ ਨਗਰ ਦੇ ਵਿੱਚ ਕੱਚੇ ਘਰ ਸੀ, ਮਿੱਟੀ ਦੀਆਂ ਕੰਧਾਂ ਹੁੰਦੀਆਂ ਸੀ, ਕੱਚੇ ਘਰ ਹੁੰਦੇ ਸੀ। ਪਰ ਸਿੱਖ ਉਸ ਵੇਲੇ ਉਹਨਾਂ ਕੱਚਿਆਂ ਘਰਾਂ ਵਿੱਚ ਰਹਿੰਦੇ ਹਨ। ਕਹਿੰਦੇ ਵੀ ਇਹ ਦੀਨੇ ਕਾਂਗੜ ਦੇ ਵਿੱਚ ਸਾਰੇ ਕੱਚੇ ਘਰ ਹੈ ਸੀ। ਉਤਰਨ ਕੇ ਨੀਕੋ ਹੇ
ਤੇ ਮਹਾਰਾਜ ਦਾ ਉਤਾਰਾ ਕਰਨ ਵਾਸਤੇ ਫਿਰ ਜਿਹੜਾ ਹੈ ਉਹ ਚੰਗਾ ਘਰ ਵੇਖਿਆ। ਇੱਕ ਤਿਖਾਨ ਕੋ ਧਾਮ ਨਿਹਾਰਾ, ਇੱਕ ਤਿਰਖਾਨ ਦਾ ਜਿਹੜਾ ਘਰ ਹੈ ਉਹ ਵੇਖਣਾ ਕੀਤਾ। ਪਰ ਚਾਰੂ ਰਚਿਓ ਚੁਬਾਰਾ, ਉਹਨੇ ਚੁਬਾਰਾ ਪਾਇਆ ਹੋਇਆ ਸੀ, ਸ੍ਰੇਸ਼ਟ ਸੋਹਣਾ ਚੁਬਾਰਾ ਸੀ। ਉਸ ਚੁਬਾਰੇ ਦੇ ਵਿੱਚ ਉਤਾਰਾ ਕਰਨ ਵਾਸਤੇ, ਉਹ ਪਸੰਦ ਪੁੱਤਰਨ ਕੇ ਦੇਖਾ, ਉਹ ਉਤਾਰਾ ਕਰਨ ਵਾਸਤੇ ਉੱਥੇ ਰਹਿਣ ਵਾਸਤੇ ਵੇਖਿਆ ਗਿਆ ਚੁਬਾਰਾ। ਪਾਵਨ ਲੀਪਨ ਕੀਨ ਵਿਸ਼ਖਾ, ਜਿਸ ਨੇ ਬੜਾ ਚੰਗੀ ਤਰ੍ਹਾਂ ਲਿਪਿਆ ਪੋਚਿਆ ਹੈ ਸੀ। ਸੁੰਦਰ ਆਨ ਪ੍ਰਿਯੰਤ ਸਾਵਾ, ਸੋਹਣਾ ਮਹਾਰਾਜ ਦਾ ਪਲੰਗਾ ਉੱਥੇ ਲਿਆ ਕਰਕੇ ਡਾਇਆ ਗਿਆ। ਜਿਸ ਪਿਛੋਨੇ ਤੇ ਸਭ ਛਾਵਾ, ਜਿਸ ਪਲੰਗੇ ਤੇ ਗੁਰੂ ਸਾਹਿਬ ਜੀ ਨੇ ਬੈਠਣਾ, ਉਹ ਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਸੋਹਣਾ ਪਲੰਗਾ ਡਾਇਆ ਗਿਆ। ਉਹਦੇ ਉੱਤੇ ਫਿਰ ਚਿੱਟਾ ਜਿਹੜਾ ਵਿਛਾਉਣਾ ਹੈ ਉਹ ਵਿਛਾਇਆ ਗਿਆ। ਹੈ ਤੇ ਪੁੱਤਰ ਜਗੇ ਇਸ ਜਾਏ, ਘੋੜੇ ਤੋਂ ਉਤਰ ਕਰਕੇ ਉਸ ਚੁਬਾਰੇ ਵਿੱਚ ਜਾ ਚੜੇ। ਬੈਠ ਗਏ ਸਤਿਗੁਰ ਸਤ ਭਾਏ, ਜਿਹੜੇ ਸਤ ਸਰੂਪ ਅਤੇ ਭਾਏ ਪ੍ਰੇਮ ਸਰੂਪ ਹਨ, ਉਹ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਇਹਨਾਂ ਦਾ ਪ੍ਰੇਮ ਵੇਖ ਕਰਕੇ ਚੁਬਾਰੇ ਚੜ ਕੇ ਉਹ ਪਲੰਗੇ ਉੱਤੇ ਬੈਠ ਗਏ। ਨੋ ਸਿੰਘ ਸਮੀਤੀ ਫਿਰੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਤਿੰਨੇ ਸਿੱਖ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਖਲੋਤੇ ਹਨ। ਸੁਣ ਸੁਣ ਨਰ ਨਾਰੀ ਮੁਖ ਭਰੇ, ਨਗਰ ਵਾਲਿਆਂ ਨੇ ਜਿਵੇਂ ਜਿਵੇਂ ਸੁਣਿਆ ਨਾ, ਅੱਗੇ ਤੋਂ ਅੱਗੇ ਖਬਰ ਸਾਰਿਆਂ ਨੂੰ ਪਤਾ ਲੱਗੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਚੁਬਾਰੇ ਵਿੱਚ ਆ ਕੇ ਬੈਠੇ ਆ। ਤੇ ਸੁਣ ਸੁਣ ਕੇ ਸਾਰੇ ਖੁਸ਼ੀ ਨਾਲ ਭਰ ਗਏ ਵੀ ਚਲੋ ਵੀ 10ਵੇਂ ਮਹਾਰਾਜ ਦੇ ਦਰਸ਼ਨ ਕਰਨ ਚੱਲ ਗਏ। ਦਰਸ਼ਨ ਹਿਤ ਆਏ ਸਮੁਦਾਏ, ਸਾਰੇ ਦੀਨੇ ਨਗਰ ਦੇ ਲੋਕ, ਮਾਈ ਭਾਈ ਬਜ਼ੁਰਗ ਬੱਚੇ ਦਰਸ਼ਨ ਕਰਨ ਵਾਸਤੇ ਆਏ। ਰਹਿ ਉਪਾਇ ਮੰਦਹਿ ਪਾਏ, ਇਹ ਢਾਵਾਂ ਰੱਖਦੇ, ਚਰਨਾਂ ਦੇ ਉੱਤੇ ਬੰਦਨਾ ਕਰਦੇ। ਧੰਨ ਭਾਗ ਸ੍ਰੀ ਗੁਰ ਗ੍ਰਹਿ ਆਏ, ਤੇ ਸਾਰੇ ਕਹਿੰਦੇ ਧੰਨ ਭਾਗ ਸਾਡੇ, ਗੁਰੂ ਸਾਹਿਬ ਜੀ ਘਰ ਵਿੱਚ ਆਏ, ਸਾਡੇ ਨਗਰ ਵਿੱਚ ਆਏ, ਘਰ ਵਿੱਚ ਆਏ, ਸਾਡੇ ਧੰਨ ਭਾਗ ਹੋ ਗਏ। ਏਕ ਕਾਰਤ ਵਿਗਨ ਮਿਟਾ, ਅਸੀਂ ਕਿਰਤਾਰਥ ਹੋ ਗਏ, ਸਾਡੇ ਵਿਘਨ ਰੁਕਾਵਟਾਂ ਮਿਟ ਗਈਆਂ। ਬੈਠੇ ਘਣੇ ਆਏ ਬਸ ਵੱਟ ਭਰ ਤੇਰਾ, ਵੱਡੀ ਭੀੜ ਲੱਗ ਗਈ, ਨਗਰ ਦੇ ਬਹੁਤੇ ਲੋਕ ਆ ਕੇ ਸੰਗਤਾਂ ਬੈਠ ਗਈਆਂ। ਹਰ ਨਾਰੀ ਦਰਸੈ ਫਿਰ ਤੀਰਾ, ਮਹਾਰਾਜ ਸਾਹਿਬ ਜੀ ਦੇ ਪਾਸ ਖਲੋ ਕਰਕੇ ਮਾਈ ਭਾਈ ਸਤਿਗੁਰੂ ਜੀ ਦੇ ਦੀਦਾਰ ਕਰਨ ਲੱਗੇ। ਦੁਗਤ ਆਨ ਕਰ ਗਣ ਮਿਸ਼ਟਾਨ, ਕਈਆਂ ਨੇ ਲਿਆ ਕੇ ਬਹੁਤਾ ਦੁੱਧ ਭੇਟ ਕੀਤਾ, ਕਈਆਂ ਨੇ ਬਹੁਤਾ ਮਿੱਠਾ ਲਿਆ ਕਰਕੇ ਮਿੱਠੇ ਪਦਾਰਥ ਭੇਟ ਕੀਤੇ। ਕਰਵਾਇਓ ਸਿੰਘਨ ਕੋ ਪਾਨ, ਗੁਰੂ ਕੇ ਸਿੰਘਾਂ ਨੂੰ ਦੁੱਧ ਛਕਾਇਆ, ਮਿੱਠਾ ਛਕਾਇਆ। ਨਾਨਾ ਭਾਂਤ ਬਾਤ ਮਿਲ ਕਰਤੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ। ਸ੍ਰੀ ਸਤਿਗੁਰ ਕੋ ਸਜਾ ਸਿਰ ਚਰਤੇ, ਸੋਭਾ ਵਾਲੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਉਚਾਰਨ ਕਰਦੇ। ਇਸੀ ਰੀਤ ਸੰਧਿਆ ਹੋਇ ਆਈ, ਇਸ ਤਰ੍ਹਾਂ ਸੰਗਤਾਂ ਦਰਸ਼ਨ ਕਰਦੀਆਂ, ਮਹਾਰਾਜ ਦੇ ਬਚਨ ਸੁਣਦੀਆਂ, ਆਪਣੀਆਂ ਬੇਨਤੀਆਂ ਸਾਂਝੀਆਂ ਕਰਦੀਆਂ। ਇਸ ਤਰੀਕੇ ਦੇ ਨਾਲ ਸ਼ਾਮ ਦਾ ਸਮਾਂ ਸੰਧਿਆ ਦਾ ਵੇਲਾ ਹੋ ਗਿਆ। ਗਮਨੀ ਨਰ ਨਾਰੀ ਨਿਜ ਭਾਈ, ਗੁਰੂ ਜੀ ਦੇ ਦੀਦਾਰ ਕਰਕੇ, ਨਮਸਕਾਰਾਂ ਕਰਕੇ ਰਾਤ ਮੌਕੇ ਤੇ ਸਭ ਮਾਈ ਭਾਈ ਆਪੋ ਆਪਣੇ ਘਰਾਂ ਨੂੰ ਚਲੇ ਗਏ। ਤੇ ਸਤਿਗੁਰੂ ਦੀਨੇ ਨਗਰ ਦੇ ਵਿੱਚ ਚੁਬਾਰੇ 'ਚ ਮਹਾਰਾਜ ਸਾਹਿਬ ਜੀ ਦਾ ਆਸਣ ਹੈ, ਉੱਥੇ ਸੋਭਨੀਕ ਹੋਏ। ਸੋ ਰਹਿੰਦੇ 5 ਮਿੰਟ ਸਾਧ ਸੰਗਤ ਜੀ ਵਾਹਿਗੁਰੂ ਗੁਰਮੰਤਰ ਦੇ ਨਾਲ ਚਿੱਤ ਜੋੜੀਏ, ਰਸਨਾ ਤੋਂ ਹਾਜ਼ਰੀ ਲਵਾਈਏ। ਸਭ ਮਾਈ ਭਾਈ ਔਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ 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 ਗੁਰ ਜੈਸਾ ਨਾਹੀ ਕੋ ਦੇਵ
गुर जैसा नाही को देव गुर जिस मस्तक भाग सो लागा सेव मस्तक भाग सो लागा सेव जिस वाहे गुरु वाहे गुरु वाहे गुरु वाहे गुरु कादरे हर कार गुर गोबिंद सिंह कादरे हर कार गुर गोबिंद सिंह बेक सारा यार गुर गोबिंद सिंह बेक सारा यार गुर गोबिंद सिंह हे गोविंद हे गोपाल हे दयाल लाल प्राण नाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पारे उतार आए प्रभ सरनागति कृपा निध दयाल एक अक्षर हर मन बसत नानक होत निहाल कथा निता प्रत होत है सुन हो सिंह सुजान नानक गुर गोबिंद सिंह जी सदा करे कल्याण नानक गुर गोबिंद सिंह जी सदा करे कल्याण वाहिगुरु जी का खालसा वाहिगुरु जी की फतेह। सत श्री अकाल।